ਸੁਜਾਨ ਸਿੰਘ ਦੀ ਕਹਾਣੀ ਹੈ ਭਰਜਾਈ। ਮੇਰਾ ਖਿਆਲ ਦੁਪਹਿਰ ਵੇਲੇ ਆਰਡਰ ਬੁੱਕ ਕਰਨ ਦਾ ਨਹੀਂ ਸੀ। ਸੱਚ ਪੁੱਛੋ ਤਾਂ ਮੈਂ ਰੋਟੀ ਖਾ ਕੇ ਕਦੀ ਕੋਈ ਕੰਮ ਕੀਤਾ ਹੀ ਨਹੀਂ। ਇਹ ਏਜੰਟੀ ਦਾ ਕਿੱਤਾ ਵੀ ਮੈਂ ਨਵਾਂ ਹੀ ਪਕੜਿਆ ਸੀ, ਜਿਸ 'ਚ ਆਮਦਨ ਤਾਂ ਬਹੁਤ ਸੀ, ਪਰ ਹੈ ਸੀ ਇਹ ਮੇਰੇ ਝੁਕਾਵਾਂ ਦੇ ਉਲਟ। ਹੋਟਲ ਵਾਲਾ ਝੂਠੇ ਭਾਂਡੇ ਤੇ ਪੈਸੇ ਲੈ ਕੇ ਹੁਣੇ ਥੱਲੇ ਉਤਰਿਆ ਸੀ ਤੇ ਮੈਂ ਉਹਨੂੰ ਬੂਹਾ ਢੋ ਜਾਣ ਲਈ ਕਿਹਾ ਸੀ। ਆਦਤ ਤੋਂ ਮਜਬੂਰ ਮੈਂ ਕੀਟਸ ਦੇ ਵਰਕਸ ਕਿਤਾਬ ਨੂੰ ਲੈ ਕੇ ਬਹਿ ਗਿਆ। ਇੰਨੇ ਨੂੰ ਬੂਹਾ ਖੁੱਲਿਆ, ਪਰ ਮੈਂ ਇਹੋ ਸਮਝਿਆ ਕਿ ਕੋਈ ਹਵਾ ਦਾ ਬੁੱਲਾ ਹੋਏਗਾ ਤੇ ਆਪਣੇ ਸਵਾਦ ਵਿੱਚ ਪੜੀ ਗਿਆ। ਕਵਿਤਾ ਖਤਮ ਹੋ ਜਾਣ ਮਗਰੋਂ ਮੈਂ ਅਥਰੂ ਪੂੰਝਣ ਵਾਸਤੇ ਜਦ ਮੰਜੇ ਤੋਂ ਰੁਮਾਲ ਢੂੰਡਣ ਲੱਗਾ ਤਾਂ ਮੇਰੀ ਨਜ਼ਰ ਖੁੱਲੇ ਬੂਹੇ ਦੀਆਂ ਦਲੀਜਾਂ ਤੇ ਪਈ। ਨਾਜ਼ੁਕ ਜਿਹੇ ਮਿੱਟੀ ਵਿੱਚ ਰੁਲੇ ਪੈਰ ਸਨ ਜੋ ਮੈਨੂੰ ਦਿਸੇ ਤੇ ਇੰਨੇ ਚਿਰ ਨੂੰ ਮੇਰੇ ਹੰਝੂ ਗੱਲਾਂ ਉੱਤੋਂ ਦੀ ਚੋ ਪਏ। ਮੈਂ ਉਹਨਾਂ ਪੈਰਾਂ ਵਾਲੇ ਕੋਲੋਂ ਆਪਣੀ ਕਮਜ਼ੋਰੀ ਲੁਕਾਉਣ ਲਈ ਆਪਣੀ ਕਮੀਜ਼ ਨਾਲ ਹੀ ਮੂੰਹ ਪੂੰਝ ਲਿਆ ਤੇ ਸ਼ਰਮਿੰਦਿਆਂ ਵਾਂਗ ਨਜ਼ਰ ਉਤਾਂ ਚੁੱਕਣੀ ਸ਼ੁਰੂ ਕੀਤੀ। ਪਾਟੀ ਹੋਈ ਤੇ ਕਈਆਂ ਥਾਵਾਂ ਤੋਂ ਗੰਢੀ ਹੋਈ ਸਲਵਾਰ, ਲੜਫਾਂ ਉੱਡੀਆਂ ਹੋਈਆਂ, ਪਰ ਕਿਸੇ ਵੇਲੇ ਕੀਮਤੀ ਕਿਹਾ ਜਾਂਦਾ ਜੰਪਰ, ਟੱਡਿਆ ਹੋਇਆ ਹੱਥ, ਭਰ ਜਵਾਨੀ ਦੇ ਚਿੰਨ, ਪਤਲੀ ਸੋਹਣੀ ਗਰਦਨ, ਤਿੱਖੇ ਨੈਣ ਨਕਸ਼ ਤੇ ਸੁਨਹਿਰੀ ਖਿਲਰੇ ਹੋਏ ਤੇ ਗੰਦੇ ਵਾਲਾਂ ਤੱਕ ਮੇਰੀਆਂ ਅੱਖਾਂ ਪਹਾੜ ਦੀ ਚੜ੍ਹਾਈ ਚੜ੍ਹ ਕੇ ਪਹੁੰਚੀਆਂ। ਕੀ ਚਾਹੀਦਾ? ਮੈਂ ਗੱਲ ਮੁਕਾਉਣ ਲਈ ਪੁੱਛਿਆ ਤਾਂ ਲਾਗੇ ਪਏ ਬਟੂਏ ਨੂੰ ਚੁੱਕਿਆ। ਪਰ ਤੁਸੀਂ ਰੋਂਦੇ ਕਿਉਂ ਸੋ? ਕੁੜੀ ਨੇ ਸੋਹਣੀ ਪੰਜਾਬੀ 'ਚ ਪੁੱਛਿਆ। ਐਵੇਂ, ਮੈਂ ਹੱਥ ਥੰਮਦਿਆਂ ਕਿਹਾ। ਉਹ ਕਿਤਾਬ ਕਿਹੜੀ ਹੈ? ਉਸ ਫੇਰ ਪੁੱਛਿਆ। ਕੀਟਸ, ਮੇਰੇ ਮੂੰਹੋਂ ਨਿਕਲ ਗਿਆ। ਕੀਟਸ ਦੇ ਵਰਕਸ, ਉਸ ਸ਼ੁੱਧ ਅੰਗਰੇਜ਼ੀ ਲਹਿਜੇ 'ਚ ਦੁਹਰਾਇਆ। ਆਈ ਲਵ ਹਿਮ ਟੂ। ਪਰ ਉਹ ਝੱਟ ਸੁਚੇਤ ਹੋ ਗਈ ਜਾਪੀ ਤੇ ਬਾਹਰ ਨੂੰ ਮੁੜੀ। ਮੈਂ ਹੈਰਾਨ ਸਾਂ ਕਿ ਕੀ ਕਰਾਂ। ਰੱਬ ਦੇ ਵਾਸਤੇ, ਮੈਂ ਕਿਹਾ, ਜ਼ਰਾ ਤੁਸੀਂ ਠਹਿਰ ਜਾਓ। ਭਿਖਾਰਨ ਖੜੋ ਗਈ। ਰੱਬ ਦੇ ਵਾਸਤੇ ਮੇਰੇ ਵੱਲ ਮੂੰਹ ਮੋੜੋ, ਮੈਂ ਉਹਦੀ ਕਮਜ਼ੋਰੀ ਤਾੜਦਿਆਂ ਕਿਹਾ। ਉਹ ਮੁੜ ਪਈ। ਮੈਂ ਉੱਠ ਖੜੋਤਾ। ਉਹਦੀਆਂ ਅੱਖਾਂ 'ਚ ਹੰਝੂ ਸਨ ਜਿਨ੍ਹਾਂ ਨੂੰ ਉਹ ਮੋੜ ਲੈਣ ਦਾ ਯਤਨ ਕਰ ਰਹੀ ਸੀ। ਮੈਨੂੰ ਝੱਟ ਮੇਰਾ ਰੁਮਾਲ ਲੱਭ ਪਿਆ। ਮੈਂ ਅੰਗਰੇਜ਼ੀ ਸੱਭਿਅਤਾ ਤੇ ਸੱਭਿਆਚਾਰ ਦੇ ਅਸਰ ਹੇਠ ਉਹਦੇ ਅਥਰੂ ਪੂੰਝਣ ਵਧਿਆ ਤੇ ਉਸ ਵੀ ਪੁੰਝਾ ਲਏ, ਪਰ ਧੰਨਵਾਦ ਦੇ ਸ਼ਬਦ ਉਹਦੇ ਗਲੇ 'ਚ ਹੀ ਰਹਿ ਗਏ। ਪਿਆਰ ਭਰੇ ਸ਼ਬਦਾਂ 'ਚ ਮੈਂ ਉਹਨੂੰ ਫੇਰ ਪੁੱਛਿਆ, ਕਿਸ ਚੀਜ਼ ਦੀ ਲੋੜ ਹੈ ਬੀਬੀ? ਕਿਸੇ ਚੀਜ਼ ਦੀ ਨਹੀਂ, ਉਸ ਪਰਤਾਇਆ। ਮੰਜੇ ਤੋਂ ਕੀਟਸ ਦੇ ਵਰਕਸ ਨੂੰ ਚੁੱਕਦਿਆਂ ਮੈਂ ਉਸ ਵੱਲ ਵਧਾਇਆ, ਪਰ ਉਹ ਉਸ ਕੋਲੋਂ ਕਾਲੇ ਨਾਗ ਵਾਂਗ ਡਰਦੀ ਇੱਕ ਨੁੱਕਰੇ ਲੱਗ ਗਈ। ਆਖਰ ਉਸ ਆਪਣੇ ਆਪ ਨੂੰ ਸੰਭਾਲਿਆ, ਕਿਤਾਬ ਨੂੰ ਮੇਰੇ ਹੱਥੋਂ ਫੜ ਕੇ ਇਵੇਂ ਚੁੰਮਿਆ ਜਿਵੇਂ ਮੈਂ ਕਈ ਵਾਰ ਈਸਾਈਆਂ ਨੂੰ ਅੰਜੀਲ ਚੁੰਮਦਿਆਂ ਦੇਖਿਆ ਸੀ। ਮੇਰੀਆਂ ਨਜ਼ਰਾਂ 'ਚ ਪ੍ਰਸ਼ਨ ਚਿੰਨ੍ਹ ਸੀ, ਪਰ ਬੁੱਲ੍ਹਾਂ 'ਚ ਹੀਆ ਨਹੀਂ ਸੀ। ਕੁੜੀ ਹੱਸੀ, ਬੜਾ ਬਰੀਕ ਸ਼ਾਇਸਤਾ ਹਾਸਾ। ਉਹਦੀਆਂ ਅੱਖਾਂ ਚਮਕੀਆਂ, ਹਾਸਾ ਮੁਸਕਰਾਹਟ ਬਣ ਗਿਆ। ਮਿੱਠੀ ਬਾਂਸਰੀ ਵਰਗੀ ਆਵਾਜ਼ 'ਚ ਉਸ ਕਿਹਾ, ਮੇਰੀ ਕਹਾਣੀ ਪੁੱਛਦੇ ਹੋ? ਹਾਂ, ਮੈਂ ਇਸ਼ਾਰੇ ਨਾਲ ਕਿਹਾ। ਬਸ ਇੰਨੀ ਕਿ ਕੀਟਸ ਨੂੰ ਠੀਕ ਨਾ ਸਮਝ ਸਕੀ ਤੇ ਮੈਂ ਬੇਸਮਝੀ 'ਚ ਉਹ ਕੁਝ ਕਰ ਬੈਠੀ ਜੋ ਇੱਕ ਉੱਚੀ ਕੁਲ ਦੀ ਕੁੜੀ ਨੂੰ ਨਹੀਂ ਸੀ ਕਰਨਾ ਚਾਹੀਦਾ। ਜਿਸ ਨੂੰ ਮੈਂ ਹੀਰਾ ਸਮਝਿਆ ਸੀ ਉਹ ਕੰਕਰ ਨਿਕਲਿਆ। ਮੈਂ ਉਹ ਤੋਂ ਬਚ ਨਿਕਲੀ, ਪਰ ਦੁਨੀਆ ਮੇਰੀ ਇੱਕ ਗਲਤੀ ਵੀ ਮਾਫ ਨਾ ਕਰ ਸਕੀ। ਮੇਰੀ ਵਿਦਿਆ ਕਹਿੰਦੀ ਹੈ ਕਿ ਮੈਂ ਬੁਰੇ ਜੀਵਨ ਕੋਲੋਂ ਮੰਗ ਕੇ ਖਾਣਾ ਚੰਗਾ, ਪਰ ਇੱਥੇ ਵੀ ਕਈ ਖਤਰੇ ਹਨ। ਉਹਦੀਆਂ ਅੱਖਾਂ ਵਿੱਚ ਦੁਖਦਾਈ ਮੁਸਕਰਾਹਟ ਸੀ। ਮੈਨੂੰ ਮੇਰਾ ਆਰਟਿਸਟ ਮਿੱਤਰ ਤੇ ਉਹਦੀ ਦੁਖਾਂਤਕ ਪਿਆਰ ਕਹਾਣੀ ਯਾਦ ਆਈ। ਦੋਹਾਂ ਦਾ ਪਿਆਰ, ਮਾਪਿਆਂ ਦੀ ਰੋਕ, ਕੁੜੀ ਦਾ ਬਦੋ-ਬਦੀ ਵਿਆਹ, ਕੁੜੀ ਦੀ ਮੌਤ ਤੇ ਮੁੰਡੇ ਦਾ ਤਿਆਗ। ਮੈਨੂੰ ਚੇਤੇ ਆਇਆ ਕਿ ਮੈਂ ਉਸ ਕੋਲੋਂ ਇਹ ਵਚਨ ਲੈ ਚੁੱਕਾਂ ਕਿ ਉਹ ਮੇਰੀ ਇੱਕ ਗੱਲ ਜ਼ਰੂਰ ਮੰਨ ਲਵੇਗਾ। ਇੰਨਾ ਚਿਰ ਉਹ ਸੋਹਣੀ ਕੁੜੀ ਵੀ ਚੁੱਪ ਮੇਰੇ ਚਿਹਰੇ ਦੇ ਉਤਰਾ ਚੜ੍ਹਾਅ ਨੂੰ ਦੇਖਦੀ ਰਹੀ ਸੀ। ਜਦ ਮੈਂ ਅੱਖਾਂ ਉੱਪਰ ਚੁੱਕੀਆਂ, ਉਸ ਨੀਵੀਆਂ ਕਰ ਲਈਆਂ ਤੇ ਸੱਜੇ ਪੈਰ ਦੇ ਅੰਗੂਠੇ ਨਾਲ ਧਰਤੀ ਤੇ ਲੀਕਾਂ ਮਾਉਣ ਲੱਗ ਪਈ। ਮੈਂ ਤਕੜਾ ਜਿਗਰਾ ਕਰਕੇ ਪੁੱਛਿਆ ਕਿ ਮੈਂ ਤੁਹਾਡੀ ਕੁਝ ਸੇਵਾ ਕਰ ਸਕਦਾ? ਕੁੜੀ ਲਾਜਵੰਤੀ ਵਾਂਗ ਗੁੱਛਾ ਮੁੱਛਾ ਹੋ ਗਈ। ਮੈਂ ਸਵਾਲ ਫੇਰ ਦੁਹਰਾਇਆ। ਆਖਰ ਉਸ ਉੱਤਰ ਦਿੱਤਾ, ਕੀ ਤੁਸੀਂ ਮੈਨੂੰ ਬੁਰੀ ਨਹੀਂ ਸਮਝਦੇ? ਨਹੀਂ, ਬਿਲਕੁਲ ਨਹੀਂ, ਮੈਂ ਆਖਿਆ। ਕੀ ਤੁਹਾਡੀ ਸ਼ਾਦੀ ਹੋ ਚੁੱਕੀ ਹੈ? ਕੁੜੀ ਦਾ ਲਹਿਜਾ ਸ਼ਰਮ ਭਰਿਆ ਸੀ। ਹਾਂ ਦਾ ਉੱਤਰ ਸੁਣਦਿਆਂ ਹੀ ਉਹਦਾ ਰੰਗ ਪੀਲਾ ਪੈ ਗਿਆ। ਉਸ ਤੇ ਮੁਰਦੇ ਹਾਨੀ ਛਾ ਗਈ। ਮੈਂ ਉਹਨੂੰ ਡਿੱਗਦੀ ਨੂੰ ਬੋਚਿਆ ਤੇ ਆਪਣੇ ਬਿਸਤਰੇ ਤੇ ਬਿਠਾ ਕੇ ਰੁਮਾਲ ਨਾਲ ਪੱਖਾ ਕੀਤਾ। ਥੋੜੇ ਚਿਰ ਮਗਰੋਂ ਹੋਸ਼ 'ਚ ਆ ਗਈ ਤੇ ਮੈਥੋਂ ਸਰਕ ਕੇ ਪਰੇ ਬੈਠ ਗਈ। ਫਿਰ ਆਪਣੇ ਮੈਲੇ ਕੱਪੜੇ ਤੇ ਮੇਰੇ ਬਿਸਤਰੇ ਦਾ ਫਰਕ ਦੇਖ ਕੇ ਉੱਠ ਖੜੋਤੀ। ਮੈਂ ਉਹਨੂੰ ਬਾਹੋਂ ਫੜ ਕੇ ਬਿਠਾ ਲਿਆ ਤੇ ਉੱਠ ਕੇ ਬੂਹਾ ਢੋ ਦਿੱਤਾ। ਕੁੜੀ ਡਰੀ ਨਾ। ਮੇਰੇ ਮੁੜਦਿਆਂ ਹੀ ਕਹਿਣ ਲੱਗੀ, ਸਾਡੀ ਇਸਤਰੀਆਂ ਦੀ ਕਮਜ਼ੋਰੀ ਇਹ ਹੈ ਕਿ ਅਸੀਂ ਆਸ ਛੇਤੀ ਬਣਾ ਲੈਂਦੀਆਂ। ਮੈਂ ਉਹਦਾ ਹੌਕਾ ਸੁਣ ਕੇ ਵੀ ਚੁੱਪ ਰਿਹਾ। ਅੰਤ ਸੋਚ ਵਿਚਾਰ ਕੇ ਮੈਂ ਕਿਹਾ, ਮੈਨੂੰ ਕਦੇ ਖਿਆਲ ਨਹੀਂ ਸੀ ਬੀਬੀ ਕਿ ਗੱਲ ਇੱਥੋਂ ਤੱਕ ਵੱਧ ਜਾਏਗੀ।
ਮੇਰੀ ਪਤਨੀ ਹੈ ਤੇ ਉਹ ਮੈਨੂੰ ਪਿਆਰ ਕਰਦੀ ਹੈ, ਸਮਝੇ ਮੇਰੀ ਮਜਬੂਰੀ। ਪਰ ਮੈਂ ਉਹਨਾਂ ਦੇ ਪਿਆਰ 'ਚ ਰੋੜਾ ਨਹੀਂ ਅਟਕਾ ਸਕਦੀ। ਤੁਸੀਂ ਮੈਨੂੰ ਉਹਨਾਂ ਦੀ ਨੌਕਰਾਨੀ ਸਮਝਣਾ। ਤੁਹਾਡੀ ਹੋਣ ਦੀ ਹੈਸੀਅਤ 'ਚ ਮੈਂ ਕੁਝ ਕੰਮ ਵੀ ਕਰ ਸਕਾਂਗੀ। ਸਕੂਲ ਮਿਸਟਰੈਸ ਯਾਦ, ਮੈਂ ਬਹੁਤ ਚੋਟਾਂ ਖਾਧੀਆਂ ਨੇ, ਹੁਣ ਹੋਰ ਹਿੰਮਤ ਨਹੀਂ। ਮੈਂ ਤੁਹਾਡੀ ਮਦਦਗਾਰ ਦਾਸੀ ਹੋਵਾਂਗੀ। ਮੈਂ ਹੈਰਾਨ ਹੋ ਰਿਹਾ ਸਾਂ ਕਿ ਬਾਹਰੋਂ ਕੋਈ ਸਾਡੀਆਂ ਗੱਲਾਂ ਸੁਣਦਾ ਹੋਵੇ ਤਾਂ ਕੀ ਸੋਚੇ। ਸੋਚਣ ਦਿਓ, ਮੈਂ ਦਿਲ 'ਚ ਕਿਹਾ ਤੇ ਏਦਾਂ ਉੱਚਾ ਹੀ ਬੋਲਿਆ, ਭੈਣ, ਮੇਰਾ ਇੱਕ ਮਿੱਤਰ ਹੈ, ਉਹ ਆਰਟਿਸਟ ਹੈ। ਉਹਦੀ ਕਹਾਣੀ ਇਹ ਹੈ, ਮੈਂ ਉਸ ਨੂੰ ਉਸੇ ਤਰ੍ਹਾਂ ਪਿਆਰ ਕਰਦਾ ਜਿਵੇਂ ਤੁਸੀਂ। ਰੱਬ ਦੇ ਵਾਸਤੇ ਤੇ ਮੇਰੇ ਵਾਸਤੇ ਉਹਦਾ ਜੀਵਨ ਸੁਖੀ ਬਣਾਓ। ਮੇਰੇ ਤੇ ਉਸ 'ਚ ਕੋਈ ਫਰਕ ਨਹੀਂ ਹੈ, ਹੈ ਠੀਕ ਹੈ ਨਾ। ਮੈਂ ਤੁਹਾਡੇ ਲਈ ਸਭ ਕੁਝ ਕਰਾਂਗੀ, ਉਸ ਕਿਹਾ ਤੇ ਉਹਦੀ ਛਾਤੀ ਉੱਭਰ ਕੇ ਸ਼ਾਂਤ ਸਮੁੰਦਰ ਵਾਂਗ ਬੈਠ ਗਈ। ਮੈਂ ਉਹਨੂੰ ਦੋਹਾਂ ਬਾਹਾਂ 'ਚ ਲਪੇਟ ਲਿਆ। ਉਹਦਾ ਅੰਗ ਅੰਗ ਕੰਬ ਰਿਹਾ ਸੀ। ਉਹਦੇ ਬੁੱਲ ਗੁਲਾਬ ਦੀ ਖੰਭੜੀ ਵਾਂਗ ਫਰਕ ਉੱਠੇ। ਮੈਂ ਉਹਦੇ ਹੱਥ ਚੁੰਮੇ, ਉਂਗਲਾਂ ਚੁੰਮੀਆਂ, ਮੱਥਾ ਚੁੰਮਿਆ ਤੇ ਉਹਦੇ ਗੰਦੇ ਕੇਸ ਵੀ ਚੁੰਮੇ। ਉਹਦੀਆਂ ਅੱਖਾਂ ਖੁੱਲੀਆਂ ਤੇ ਬੰਦ ਹੋ ਗਈਆਂ, ਉਹਨਾਂ 'ਚ ਸ਼ਰਾਬ ਵਰਗੀ ਮਸਤੀ ਸੀ। ਉਹਨੂੰ ਆਪਣੇ ਬਿਸਤਰੇ ਤੇ ਲਿਟਾ ਦਿੱਤਾ ਤੇ ਆਪ ਸੂਟ ਪਾ ਲਿਆ। ਉਹਦੇ ਸਵਾਸ ਸੋਹਣੇ ਚੱਲ ਰਹੇ ਸਨ ਤੇ ਉਹਦੇ ਚਿਹਰੇ ਤੇ ਖੁਸ਼ੀ ਚਮਕ ਰਹੀ ਸੀ। ਮੈਂ ਸੂਟਕੇਸ ਖੋਲ ਕੇ ਇੱਕ ਵੱਡੀ ਰਕਮ ਕੱਢੀ। ਉਹਦੇ ਹੁੰਦਿਆਂ ਮੈਂ ਬੂਹੇ ਨੂੰ ਜੰਦਰਾ ਮਾਰਨਾ ਬੁਰਾ ਸਮਝਿਆ। ਸਰਾਂ ਦੇ ਦਰਬਾਰ ਨੂੰ ਇਹ ਕਹਿ ਕੇ ਮੈਂ ਬਾਹਰ ਨਿਕਲਿਆ ਕਿ ਮੇਰਾ ਬੂਹਾ ਖੁੱਲ੍ਹਾ, ਅਸਬਾਬ ਦਾ ਖਿਆਲ ਰੱਖੀ। ਉਸ ਦਿਨ ਮੈਂ ਸਾੜੀਆਂ, ਜੈਂਪਰ, ਜੁਰਾਬਾਂ, ਰੁਮਾਲ, ਭਾਂਤ-ਭਾਂਤ ਦੇ ਕੱਪੜੇ, ਸ਼ਿੰਗਾਰ ਦਾ ਸਮਾਨ ਤੇ ਖਬਰੇ ਕੀ ਖਰੀਦਿਆ। ਭਾਰ ਇੱਕ ਕੁਲੀ ਨੂੰ ਚੁਕਾ ਕੇ ਜਦ ਮੈਂ ਸਰਾਂ 'ਚ ਪਹੁੰਚਾ ਤਾਂ ਮੇਰੇ ਕਮਰੇ ਨੂੰ ਜੰਦਰਾ ਲੱਗਿਆ ਸੀ। ਮੈਂ ਚੌਕੀਦਾਰ ਨੂੰ ਸੱਦਿਆ। ਉਸ ਕਿਹਾ ਕਿ ਜੰਦਰਾ ਮੈਂ ਹੀ ਮਾਰਿਆ। ਜੰਦਰਾ ਖੋਲ ਕੇ ਉਸ ਕਿਹਾ, ਆਪਣਾ ਸਮਾਨ ਸੰਭਾਲ ਲਓ। ਸਮਾਨ ਠੀਕ ਸੀ। ਮੈਂ ਉਹਨੂੰ ਪੁੱਛਿਆ, ਪਰ ਉਹਨੇ ਡਰਦੇ ਡਰਦੇ ਉੱਤਰ ਦਿੱਤਾ, ਸਰਕਾਰ, ਇੱਕ ਚੋਟੀ ਭਿੱਖ ਮੰਗੀ ਜੀ ਤੁਹਾਡੇ ਬਿਸਤਰੇ ਨੂੰ ਖਰਾਬ ਕਰ ਰਹੀ ਸੀ, ਮੈਂ ਬਾਹਰ ਕੱਢ ਦਿੱਤੀ। ਮੈਨੂੰ ਗੁੱਸਾ ਆ ਗਿਆ। ਮੈਂ ਉਹਨੂੰ ਬਹੁਤ ਚਪੇੜ ਕੱਢ ਮਾਰੀ। ਉਹ ਹੱਸਿਆ ਜਿਵੇਂ ਅੱਗੇ ਉਹ ਕਈ ਬਦਮਾਸ਼ਾਂ ਨੂੰ ਵੇਖ ਕੇ ਹੱਸਦਾ ਹੋਏਗਾ ਤੇ ਕਹਿਣ ਲੱਗਾ, ਇਹ ਕੀ ਬਾਊ ਜੀ, 20 ਇਹੋ ਜਿਹੀਆਂ ਲਿਆ ਦਈਏ। ਮੈਂ ਸ਼ਾਂਤ ਹੋ ਗਿਆ ਤੇ ਚੀਜ਼ਾਂ ਕੁਲੀ ਕੋਲੋਂ ਅੰਦਰ ਸੁਟਾ ਕੇ ਉਹਨੂੰ ਲੱਭਣ ਨਿਕਲਿਆ। ਧੰਨਵਾਦ। ਕਹਾਣੀ ਹੈ 2 ਪ੍ਰੋਫੈਸਰ। ਮੈਂ 2 ਕਿਤਾਬਾਂ ਤੇ ਇੱਕ ਕਾਪੀ ਕੱਛ 'ਚ ਮਾਰ ਕੇ ਪੌੜੀਆਂ ਉਤਰ ਰਿਹਾ ਸੀ ਜਦੋਂ ਮਾਂ ਜੀ ਨੇ ਚੌਂਕੇ 'ਚੋਂ ਆਵਾਜ਼ ਦਿੱਤੀ, ਕਾਕਾ ਰੋਟੀ ਤੇ ਖਾ ਜਾ। ਮੈਨੂੰ ਅੱਜ ਭੁੱਖ ਨਹੀਂ ਕਹਿੰਦਾ ਹੋਇਆ ਮੈਂ ਬੂਹੇ ਬਾਹਰ ਨਿਕਲਿਆ। ਰੋਜ਼ ਤੋਂ ਉਲਟ ਅੱਜ ਮੈਂ ਬਾਜ਼ਾਰ 'ਚ ਹੌਲੀ-ਹੌਲੀ ਤੁਰਿਆ ਜਾ ਰਿਹਾ ਸਾਂ। ਜਿਹੜੀ ਤਸਵੀਰ ਆਪਣੀ ਮੇਰੇ ਦਿਲ ਦੀਆਂ ਅੱਖਾਂ ਸਾਹਮਣੇ ਆ ਰਹੀ ਸੀ, ਉਹ ਇੱਕ ਕੁੱਬੇ, ਬੁੱਢੇ ਤੇ ਥੱਕੇ ਹੋਏ ਰਾਹੀ ਦੀ ਸੀ, ਜੋ ਆਰਾਮ ਕਰਨ ਲਈ ਥਾਂ ਲੱਭ ਰਿਹਾ ਹੋਵੇ। ਮੈਂ ਸਾਰਾ ਜ਼ੋਰ ਲਾ ਕੇ ਵੀ 70 ਰੁਪਏ ਇਕੱਠੇ ਨਹੀਂ ਕਰ ਸਕਿਆ ਸੀ ਤੇ ਅੱਜ ਇਮਤਿਹਾਨ ਦਾ ਦਾਖਲਾ ਭੇਜਣ ਦੀ ਅਖੀਰੀ ਤਰੀਕ ਸੀ। ਮਾਂ ਜੀ ਨੇ ਮੇਰੀ ਮਦਦ ਕਰਨੀ 12ਵੀਂ ਪਾਸ ਕਰਨ ਮਗਰੋਂ ਛੱਡ ਦਿੱਤੀ ਸੀ ਤੇ ਰਹਿੰਦੇ ਰੁਪਏ ਨੂੰ ਉਹ ਮੇਰੇ ਸੁਰਗਵਾਸੀ ਪਿਤਾ ਜੀ ਦੇ ਕਹੇ ਵਿਰੁੱਧ ਮੇਰੀ ਪੜ੍ਹਾਈ ਤੇ ਖਰਚ ਕਰਨ ਨਾਲੋਂ ਵਿਆਹ ਤੇ ਖਰਚ ਕਰਨ ਨੂੰ ਚੰਗਾ ਹੀ ਨਹੀਂ, ਸਗੋਂ ਆਪਣੀ ਮੁਕਤੀ ਦਾ ਸਾਧਨ ਸਮਝਦੇ ਸਨ। ਮੇਰੇ ਕੋਲ ਕੋਈ ਪੈਸਾ ਨਹੀਂ ਸੀ, ਫਿਰ ਵੀ ਮੈਂ ਕਾਲਜ ਤੁਰਿਆ ਜਾ ਰਿਹਾ ਸੀ। ਕਿਸ ਆਸ ਤੇ? ਮੈਨੂੰ ਕੁਝ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਸੋਚਦਾ ਜਾ ਰਿਹਾ ਸੀ। ਅਚਾਨਕ ਇੱਕ ਬਾਈਸਾਈਕਲ ਵਾਲੇ ਨੇ ਟੀ ਦੀ ਆਵਾਜ਼ ਨਾਲ ਆਪਣਾ ਬਾਈਸਾਈਕਲ ਮੇਰੇ ਪਾਟੇ ਹੋਏ ਬੁੱਟਾਂ ਉੱਤੇ ਆਣ ਖੜਾ ਕੀਤਾ। ਇਹ ਬੜੀ ਜ਼ਬਰਦਸਤ ਬ੍ਰੇਕ ਲੱਗਣ ਦੀ ਆਵਾਜ਼ ਸੀ। ਮੈਂ ਉਤਾਂ ਤੱਕਿਆ। ਸਾਈਕਲ ਵਾਲੇ ਨੇ ਰੁਖਾਈ ਨਾਲ ਕਿਹਾ, ਬਾਊ ਜੀ, ਹੋਸ਼ ਕਾਇਮ ਹੈ? ਮੈਂ ਉਹਨੂੰ ਮੁਸਕਰਾਹਟ ਤੋਂ ਵੱਧ ਕੋਈ ਜਵਾਬ ਨਾ ਦੇ ਸਕਿਆ ਤੇ ਤੁਰ ਪਿਆ। ਸੱਚਮੁੱਚ ਮੇਰੀ ਹੋਸ਼ ਕਾਇਮ ਨਹੀਂ ਸੀ। ਉਹਨੇ ਮੇਰੇ ਵੱਲ ਵੇਖਣ ਤੋਂ ਜਾਪਦਾ ਸੀ ਕਿ ਉਸ ਕਾਫੀ ਟੱਲੀ ਖੜਕਾਈ ਹੈ। ਮੈਂ ਸ਼ਹਿਰੋਂ ਬਾਹਰ ਹੋ ਕੇ ਪਰੇਡ ਮੈਦਾਨ ਲਾਗਲੀ ਸੜਕ ਤੇ ਤੁਰਨ ਲੱਗਾ। ਖੁੱਲੀ ਪਰ ਠੰਡੀ ਹਵਾ ਨੇ ਮੇਰੀ ਹੋਸ਼ ਮੋੜ ਆਂਦੀ। ਆਸ ਦੀ ਤਸਵੀਰ ਮੇਰੇ ਸਾਹਮਣੇ ਧੁੰਦਾਂ ਉੱਤੇ ਚਿੱਤਰੀ ਗਈ। ਇੱਕ ਬਹੁਤ ਸੋਹਣੀ ਕੁੜੀ, ਅੱਖਾਂ ਤੇ ਪੱਟੀ, ਹੱਥ ਵਿੱਚ ਟੁੱਟੀਆਂ ਤਾਰਾਂ ਵਾਲਾ ਸਾਜ਼ ਜਿਹਦੀ ਇੱਕ ਤਾਰ ਬਾਕੀ ਹੈ, ਇੱਕ ਚਟਾਨ ਉੱਤੇ ਬੈਠੀ ਹੈ ਤੇ ਦੁਆਲੇ ਭੁੱਖੀਆਂ ਲਹਿਰਾਂ ਨਿਗਲਣ ਲਈ ਤਿਆਰ ਹਨ। ਅਚਾਨਕ ਟੰਨ ਦੀ ਆਵਾਜ਼ ਨਾਲ ਉਹ ਸੱਤ-ਰੰਗੀ ਤਸਵੀਰ ਵਰਗਾ ਚਾਨਣ ਬਣ ਕੇ ਇੱਕ ਮੌਤ ਵਰਗੇ ਹਨੇਰੇ 'ਚ ਗੁੰਮ ਹੋ ਗਈ। ਮੇਰੀਆਂ ਕਿਤਾਬਾਂ ਖਿਲਰ ਗਈਆਂ। ਮੈਂ ਆਪਣੇ ਦੋਹਾਂ ਹੱਥਾਂ ਨਾਲ ਸਿਰ ਫੜ ਕੇ ਬਹਿ ਗਿਆ। ਮੱਥੇ ਤੇ ਇੱਕ ਬਹੁਤ ਵੱਡਾ ਰੋੜਾ ਪੈ ਗਿਆ। ਮੈਂ ਤਾਰ ਦੇ ਖੰਭੇ ਨਾਲ ਟਕਰਾ ਗਿਆ ਸੀ। ਇੰਨੀ ਸੱਟ ਨੇ ਵੀ ਮੈਨੂੰ ਫਾਇਦਾ ਨਾ ਪਹੁੰਚਾਇਆ। ਮੈਂ ਸੋਚ ਰਿਹਾ ਸੀ, ਮੈਂ ਆਪਣੀ ਹੋਣ ਵਾਲੀ ਵਹੁਟੀ ਨੂੰ ਲਾਹੌਰ ਲਿਖਾਂ। ਉਹ ਅਮੀਰਾਂ ਦੀ ਧੀ ਹੈ, ਇਸ ਔਕੜ ਵੇਲੇ ਮੇਰੀ ਮਦਦ ਕਰੇਗੀ। ਕੀ ਹੋਇਆ ਜੇ ਮੈਂ ਉਹਨੂੰ ਕਦੀ ਨਹੀਂ ਵੇਖਿਆ, ਪਰ ਉਹਦੀਆਂ ਚਿੱਠੀਆਂ ਤੋਂ ਮਾਲੂਮ ਹੁੰਦਾ ਹੈ ਕਿ ਉਹਨੂੰ ਸਭ ਕੁਝ ਦੱਸ ਦਿੱਤਾ ਗਿਆ। ਮੈਨੂੰ ਇਹ ਵੀ ਮਾਲੂਮ ਹੁੰਦਾ ਸੀ ਕਿ ਉਹ ਮੈਨੂੰ ਜ਼ਰੂਰ ਪਿਆਰ ਕਰਦੀ ਹੈ, ਬਿਨਾਂ ਦੇਖਿਆ ਜ਼ਰੂਰ। ਪਰ ਉਹ ਗੱਲ ਜੋ ਇੱਕ ਵਾਰੀ ਮੈਂ ਆਪਣੀ ਮੰਗੇਤਰ ਨੂੰ ਲਿਖ ਦੇਣ ਲੱਗਾ ਸਾਂ,
ਹੁਣ ਲਿਖਣੀ ਮੈਂ ਆਪਣੀ ਹੱਤਕ ਸਮਝਦਾ ਸੀ। ਇਹ ਮੇਰੇ ਸਵੈਮਾਨ ਤੇ ਸੱਟ ਮਾਲੂਮ ਹੁੰਦੀ ਸੀ। ਮੈਂ ਫੈਸਲਾ ਕਰ ਲਿਆ ਕਿ ਮੈਂ ਛਣ ਦੀ ਆਵਾਜ਼ ਨਾਲ ਮੈਂ ਇੱਕ ਨਿੱਕੀ ਥਾਲੀ ਸੜਕ ਤੇ ਰਿੜਦੀ ਦੇਖੀ। ਸੇਰਾ ਤੇ ਫੁੱਲ ਖਿਲਰੇ ਹੋਏ ਦੇਖੇ। ਇੱਕ ਸੋਹਣੀ ਪਤਲੀ ਲੰਮੀ ਜਵਾਨ ਅਸਮਾਨੀ ਸਾੜੀ ਵਾਲੀ ਅਪ ਟੂ ਡੇਟ ਕੁੜੀ ਅੱਖਾਂ ਵੱਖੀ ਫੜ ਕੇ ਬਹਿੰਦੀ ਵੇਖੀ। ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਉਸ ਕੁੜੀ ਨੂੰ ਚੁੱਕਣ ਦਾ ਹੀਆ ਨਹੀਂ ਸੀ ਕਰ ਸਕਦਾ। ਇਹ ਸਮਾਜ ਦੀ ਨਹੀਂ ਮੇਰੀ ਮਜਬੂਰੀ ਸੀ ਤੇ ਮੇਰੀ ਟੱਕਰ ਦਾ ਇਹੋ ਨਤੀਜਾ ਸੀ। ਸਕਿੰਟਾਂ 'ਚ ਦਰਜਨਾਂ ਆਦਮੀ ਮੇਰੇ ਦੁਆਲੇ ਆਣ ਹੋਏ। ਕੋਈ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਕਿਸੇ ਕੁੜੀ ਨੂੰ ਨਾ ਚੁੱਕਿਆ। ਇੱਕ ਪਹਿਲਵਾਨ ਜਾਪਦੇ ਬੰਦੇ ਨੇ ਗਾਂਹ ਹੋ ਕੇ 2 ਚਪੇੜਾਂ ਮੇਰੇ ਮੂੰਹ ਤੇ ਰੱਖ ਦਿੱਤੀਆਂ, ਪਰ ਉਹਨਾਂ ਚਪੇੜਾਂ ਦੀ ਮੈਨੂੰ ਕੋਈ ਪੀੜ ਨਾ ਹੋਈ। ਬੜੇ ਹੁੰਦੇ ਨੇ ਕਾਲਜਾਂ ਦੇ ਮੁੰਡੇ, ਇੱਕ ਟਿੱਕੇ ਵਾਲੇ ਪੰਡਤ ਨੇ ਕਿਹਾ। ਇਹਨੂੰ ਮਤ ਸਿਖਾਓ। ਕੰਬਦੇ ਹੋਏ ਇੱਕ ਮੋਟੇ ਢਿੱਡ ਵਾਲੇ ਲਾਲੇ ਨੇ ਆਖਿਆ। ਕੁੜੀਆਂ ਨੂੰ ਮਖੌਲ ਕਰਦੇ ਨੇ। ਕੁੜੀ ਆਪੇ ਉੱਠੀ ਤੇ ਥਾਲੀ ਚੁੱਕਣ ਤੋਂ ਪਹਿਲਾਂ ਉਹਨਾਂ ਵੱਲ ਵੱਧ ਕੇ ਕਹਿਣ ਲੱਗੀ, ਇਹਨਾਂ ਦਾ ਕੋਈ ਦੋਸ਼ ਨਹੀਂ, ਮੈਂ ਬੇਧਿਆਨੇ ਤੁਰ ਰਹੀ ਸੀ, ਟੱਕਰ ਹੋ ਗਈ। ਲੋਕੀ ਕਾਨਾ ਫੂਸੀਆਂ ਕਰਦੇ ਤੁਰ ਪਏ। ਮੈਂ ਸ਼ਬਦਾਂ ਨਾਲ ਉਸ ਕੁੜੀ ਦਾ ਧੰਨਵਾਦ ਕਰ ਹੀ ਨਹੀਂ ਸੀ ਸਕਦਾ, ਸੋ ਉਹਨੂੰ ਫੁੱਲ ਸੰਭਾਲਦੀ ਛੱਡ ਕੇ ਤੁਰ ਪਿਆ। ਉਹ ਕਿਉਂ ਬੇਧਿਆਨ ਤੁਰ ਰਹੀ ਸੀ? ਕਿ ਉਹਨੂੰ ਵੀ ਮੇਰੇ ਵਰਗੀ ਕੋਈ ਤੰਗੀ ਸੀ? ਤੰਗੀ ਦੇ ਨਾਂ ਤੋਂ ਮੈਂ ਘਬਰਾਇਆ। ਇਹੋ ਜਿਹੀ ਕੁੜੀ ਨੂੰ ਕੋਈ ਤੰਗੀ ਨਹੀਂ ਹੋਣੀ ਚਾਹੀਦੀ। ਹੋ ਸਕਦਾ ਉਹ ਕਿਸੇ ਮੰਦਰ 'ਚੋਂ ਆਪਣੇ ਪ੍ਰੇਮ ਰੋਮਾਂਸ ਦੀ ਸਫਲਤਾ ਦਾ ਵਰਦਾਨ ਮੰਗ ਕੇ ਆਈ ਹੋਵੇ। ਮੇਰੇ ਦਿਲ ਦੇ ਅੰਦਰਲੇ ਰੱਬ ਨੇ ਤਥਾਸਤੂ ਕਿਹਾ। ਇਸ ਤਰ੍ਹਾਂ ਮੈਂ ਕਾਲਜ ਦੇ ਬਾਹਰਲੇ ਬੂਹੇ ਅੱਗੇ ਪਹੁੰਚ ਗਿਆ। ਕਾਲਜ ਦੇ ਗੁੰਮਟ ਵਿੱਚ ਲੱਗੀ ਵੱਡੀ ਘੜੀ ਨੇ ਬੜੀ ਗੰਭੀਰ ਆਵਾਜ਼ 'ਚ 10 ਵਜਾਏ। ਮੈਂ ਆਪਣੀ ਚਾਲ ਨੂੰ ਤੇਜ਼ ਕੀਤਾ, ਹੋਰ ਤੇਜ਼ ਕੀਤਾ। ਆਖਰ ਮੈਂ ਨੱਠ ਪਿਆ। ਕਾਲਜ ਦੇ ਵਿਹੜੇ ਨੂੰ ਮੈਂ ਬੜੀ ਤੇਜ਼ੀ ਨਾਲ ਪਾਰ ਕਰਦਾ 2 ਛੜੱਪੇ ਮਾਰ ਕੇ ਦੂਸਰੀ ਮੰਜ਼ਿਲ ਚੜ੍ਹ ਗਿਆ। ਜਦ ਮੈਂ ਜਮਾਤ 'ਚ ਵੜਿਆ, ਉਦੋਂ ਅੰਗਰੇਜ਼ੀ ਦਾ ਪ੍ਰੋਫੈਸਰ ਮੇਰੀ ਹਾਜ਼ਰੀ ਬੋਲ ਰਿਹਾ ਸੀ। ਹਾਜ਼ਰ ਜਨਾਬ ਕਹਿ ਕੇ ਮੈਂ ਪਿਛਲੀਆਂ ਬੈਂਚਾਂ ਤੇ ਜਾ ਬੈਠਾ। ਪਰਸੋਂ ਦੀ ਅੱਧ ਵਾਟੇ ਰਹੀ ਕਵਿਤਾ ਉਸ ਸਮਝਾਉਣੀ ਸ਼ੁਰੂ ਕੀਤੀ। ਉਹ ਕਹਿ ਰਿਹਾ ਸੀ ਕਿ ਗਰੀਬੀ ਨੇ ਕਈ ਅਮੋਲ ਜ਼ਿੰਦਗੀਆਂ ਫਨਾਹ ਕਰ ਦਿੱਤੀਆਂ ਹਨ। ਉਹਦੀਆਂ ਅੱਖਾਂ 'ਚ ਗਰੀਬੀ ਲਈ ਹੰਝੂਆਂ ਦੇ ਹੜ ਡੱਕੇ ਜਾਪਦੇ ਸਨ। ਉੱਪਰਲੀਆਂ ਤੁਕਾਂ ਦੀ ਵਿਆਖਿਆ ਤੇ ਪ੍ਰੋੜਤਾ ਲਈ ਗ੍ਰੇ ਦੀਆਂ ਇਹ ਤੁਕਾਂ ਪੇਸ਼ ਸਨ। ਬਥੇਰੇ ਫੁੱਲ ਮੁਸਕਰਾ ਕੇ ਅਣਡਿੱਠੇ ਮੁਰਝਾ ਜਾਣ ਤੇ ਆਪਣੀ ਮਿਠਾਸ ਨੂੰ ਸਹਿਰਾਈ ਹਵਾ 'ਚ ਜ਼ਾਇਆ ਕਰ ਦੇਣ ਵਾਸਤੇ ਜੰਮਦੇ ਹਨ। ਉਹ ਕਹਿ ਰਿਹਾ ਸੀ ਕਿ ਕਵੀ ਦੀ ਵੀ ਖੂਬੀ ਹੈ ਕਿ ਉਹ ਕੇਵਲ ਆਪ ਹੀ ਨਾ ਮਹਿਸੂਸ ਕਰੇ, ਸਗੋਂ ਆਪਣੇ ਪਾਠਕਾਂ ਨੂੰ ਵੀ ਮਹਿਸੂਸ ਕਰਾਵੇ। ਠੀਕ ਉਸੇ ਵੇਲੇ ਇੱਕ ਚਪੜਾਸੀ ਆਰਡਰ ਬੁੱਕ ਲੈ ਕੇ ਜਮਾਤ 'ਚ ਆ ਵੜਿਆ। ਪ੍ਰੋਫੈਸਰ ਨੇ ਕਿਤਾਬ ਵੱਲ ਮਿੰਟ ਕੁ ਦੇਖ ਕੇ ਕਿਹਾ, 91 ਰੋਲ ਨੰਬਰ ਕੌਣ ਹੈ? ਮੈਂ ਉੱਠ ਕੇ ਖੜਾ ਹੋ ਗਿਆ। ਅੱਛਾ ਤੂੰ ਹੈ? ਉਸ ਆਪਣੀ ਨਜ਼ਰ ਮੇਰੇ ਤੇ ਜਮਾਉਂਦਿਆਂ ਕਿਹਾ, ਜੇ ਤੂੰ ਆਪਣਾ ਦਾਖਲਾ ਅੱਜ 4 ਵਜੇ ਤੱਕ ਨਹੀਂ ਦੇਵੇਂਗਾ ਤਾਂ ਤੂੰ ਯੂਨੀਵਰਸਿਟੀ ਇਮਤਿਹਾਨ 'ਚ ਨਹੀਂ ਬੈਠ ਸਕੇਗਾ। ਕਿਉਂ, ਦੇ ਦੇਵੇਂਗਾ ਨਾ? ਮੈਂ ਸਿਰ ਨੀਵਾਂ ਕਰਕੇ ਕਿਹਾ, ਨਹੀਂ। ਕਿਉਂ? ਉਸ ਪੁੱਛਿਆ। ਮੈਂ ਗਰੀਬ ਹਾਂ, ਮੈਂ ਉੱਤਰ ਦਿੱਤਾ। ਜੇ ਤੁਸੀਂ ਲੋਕ ਫੀਸਾਂ ਦੇ ਦਾਖਲੇ ਨਹੀਂ ਦੇ ਸਕਦੇ ਤਾਂ ਤੁਸੀਂ ਕਾਲਜਾਂ 'ਚ ਪੜ੍ਹਨ ਕਿਉਂ ਆ ਜਾਂਦੇ ਹੋ? ਮੈਂ ਕੁਝ ਉੱਤਰ ਨਾ ਦਿੱਤਾ, ਪਰ ਇੱਕ ਗਰੀਬ ਮੁੰਡਾ ਜਿਸ ਕੱਲ੍ਹ ਹੀ ਆਪਣਾ ਦਾਖਲਾ ਦਿੱਤਾ ਸੀ ਮੇਰਾ ਜਵਾਬ ਦੇਣ ਲਈ ਉੱਠਿਆ। ਉਸ ਹਾਲੀ ਇੰਨਾ ਹੀ ਕਿਹਾ ਸੀ ਕਿ ਇਹ ਗੱਲ ਜਦੋਂ ਪ੍ਰੋਫੈਸਰ ਨੇ ਬੈਠੋ ਬੈਠੋ ਕਰਕੇ ਸਾਨੂੰ ਦੋਵਾਂ ਨੂੰ ਬਿਠਾ ਦਿੱਤਾ ਤੇ ਜਮਾਤ ਨੇ ਬਿਨਾਂ ਸਮਝਿਆਂ ਬੁੱਝਿਆਂ ਖਿੱਲੀ ਪਾ ਦਿੱਤੀ। 15 ਕੁ ਮਿੰਟਾਂ ਮਗਰੋਂ ਇੱਕ ਚਪੜਾਸੀ ਨੇ ਆ ਕੇ ਇੱਕ ਚਿੱਟ ਪ੍ਰੋਫੈਸਰ ਸਾਹਿਬ ਨੂੰ ਦਿੱਤੀ ਤੇ ਪ੍ਰੋਫੈਸਰ ਸਾਹਿਬ ਨੇ ਉੱਚੀ ਦੇਣੀ ਕਿਹਾ, ਰੋਲ ਨੰਬਰ 91 ਸੱਦੀ ਦਾ ਹੈ। ਮੈਂ ਬਾਹਰ ਨਿਕਲਣ ਲੱਗਾ। ਪ੍ਰੋਫੈਸਰ ਨੇ ਵਿਅੰਗ ਨਾਲ ਕਿਹਾ, ਜਨਾਬ ਕਿਤਾਬਾਂ ਵੀ ਨਾਲ ਲੈ ਜਾਓ। ਮੈਂ ਕਿਤਾਬਾਂ ਲੈ ਕੇ ਬਾਹਰ ਨਿਕਲਿਆ ਤੇ ਮੇਰਾ ਰੋਣ ਨੂੰ ਜੀ ਕਰਦਾ ਸੀ। ਮੈਂ ਚਪੜਾਸੀ ਨੂੰ ਪੁੱਛਿਆ, ਕੌਣ ਸੱਦਦਾ? ਪ੍ਰੋਫੈਸਰ ਸਾਹਿਬ, ਉਸ ਹਲੀਮੀ ਨਾਲ ਉੱਤਰ ਦਿੱਤਾ। ਪ੍ਰਿੰਸੀਪਲ ਸਾਹਿਬ ਤੇ ਨਹੀਂ? ਮੈਂ ਸੁੱਖ ਦਾ ਸਾਹ ਲੈਂਦਿਆਂ ਕਿਹਾ। ਜਦ ਮੈਂ ਪ੍ਰੋਫੈਸਰ ਸਾਹਿਬ ਕੋਲ ਪਹੁੰਚਾ, ਉਹ ਇਕੱਲੇ ਹੀ ਕੋਈ ਸਾਇੰਸ ਦਾ ਤਜਰਬਾ ਕਰ ਰਹੇ ਸੀ। ਐਨਕ ਦੇ ਉੱਤੋਂ ਹੀ ਮੁਸਕਰਾਹਟ ਨਾਲ ਇੱਕ ਨਜ਼ਰ ਸੁੱਟਦਿਆਂ ਉਹਨਾਂ ਕਿਹਾ, ਦਾਖਲਾ ਨਹੀਂ ਪਹੁੰਚਾਇਆ ਯਾਰ? ਮੈਂ ਚੁੱਪ ਰਿਹਾ। ਉਹਨਾਂ ਕਿਹਾ, ਕੋਈ ਪੀਰੀਅਡ ਲੱਗਾ ਛੱਡ ਕੇ ਆਏ ਹੋ? ਮੈਂ ਕਿਹਾ, ਆਹੋ, ਪਰ ਮੈਂ ਹੁਣ ਕੋਈ ਪੀਰੀਅਡ ਅਟੈਂਡ ਨਹੀਂ ਕਰਾਂਗਾ। ਕਿਉਂ ਨਹੀਂ ਕਰਨਾ? ਜ਼ਰੂਰ ਕਰੋ। ਉਹਨਾਂ ਦਿਲਾਸਾ ਦਿੰਦਿਆਂ ਕਿਹਾ, ਕਿੰਨੇ ਵਜੇ ਵਿਹਲੇ ਹੋ ਅੱਜ? 2:30 ਵਜੇ। ਮੈਂ ਛੋਟਾ ਜਿਹਾ ਉੱਤਰ ਦਿੱਤਾ। ਅੱਛਾ, 2:30 ਵਜੇ ਮੇਰੇ ਕੋਲ ਆਓ, ਉਹਨਾਂ ਕੰਮ ਸ਼ੁਰੂ ਰੱਖਦਿਆਂ ਕਿਹਾ। ਅੰਗਰੇਜ਼ੀ ਦੇ ਪ੍ਰੋਫੈਸਰ ਦੀ ਜਮਾਤ 'ਚ ਜਦੋਂ ਮੈਂ ਮੁੜ ਕੇ ਗਿਆ ਤਾਂ ਫਿਰ ਮੇਰਾ ਬੜਾ ਮੌਜੂ ਬਣਿਆ। ਮੇਰੇ ਜਮਾਤੀ ਮੇਰੇ ਵੱਲ ਵੇਖਦੇ ਦਿਲ 'ਚ ਜ਼ਰੂਰ ਕਹਿ ਰਹੇ ਸਨ ਕਿ ਇਹ ਕੀ ਕਰਦਾ ਫਿਰਦਾ ਹੈ। ਪ੍ਰੋਫੈਸਰ ਹੈਰਾਨ ਸੀ ਕਿ ਫਿਰ ਕਿਉਂ ਆ ਗਿਆ। 2:30 ਵਜੇ ਸਾਰੇ ਪੀਰੀਅਡ ਪੜ੍ਹ ਕੇ ਜਦੋਂ ਮੈਂ ਲੈਬੋਰਟਰੀ ਵੱਲ ਗਿਆ ਤਾਂ ਪ੍ਰੋਫੈਸਰ ਸਾਹਿਬ ਉੱਥੇ ਨਹੀਂ ਸਨ। ਚਪੜਾਸੀ ਨੇ ਇੱਕ ਚਿੱਟ ਮੇਰੇ ਹੱਥ ਤੇ ਆ ਰੱਖੀ। ਲਿਖਿਆ ਹੋਇਆ ਸੀ, ਬੰਗਲੇ ਪਹੁੰਚੋ। ਬੰਗਲੇ? ਮੇਰਾ ਕੀ ਕੰਮ? ਮੈਂ ਪਿਛਾਂਹ ਮੁੜਨ ਲੱਗਾ ਸਾਂ, ਪਰ ਹੁਕਮ ਅਦੂਲੀ ਦੇ ਖਿਆਲ ਨੇ ਮੇਰੇ
ਪੈਰ ਰੋਕ ਲਏ ਤੇ ਮੈਂ ਬੰਗਲੇ ਵੱਲ ਤੁਰ ਪਿਆ। ਉੱਥੇ ਪਹੁੰਚ ਕੇ ਮੈਂ ਕਾਲ ਬੈਲ ਖੜਕਾਈ। ਝੱਟ ਹੀ ਬੂਹਾ ਖੁੱਲ ਗਿਆ। ਪ੍ਰੋਫੈਸਰ ਸਾਹਿਬ ਨੇ ਨੋਟਾਂ ਦੀ ਇੱਕ ਥਾਈ ਮੇਰੇ ਹੱਥ ਤੇ ਰੱਖ ਦਿੱਤੀ। ਮੈਂ ਹੈਰਾਨ ਹੋ ਮੇਰੀਆਂ ਅੱਖਾਂ ਤੇ ਪ੍ਰੋਫੈਸਰ ਸਾਹਿਬ ਦੇ ਵਿਚਕਾਰ ਦੋ ਹੰਝੂ ਆ ਗਏ। ਪ੍ਰੋਫੈਸਰ ਸਾਹਿਬ ਦੀ ਖੱਦਰ ਦੀ ਪੱਗ ਦੁਆਲੇ ਮੈਨੂੰ ਇੱਕ ਸਤਰੰਗਾ ਚੱਕਰ ਨਜ਼ਰ ਆਇਆ। ਮੈਂ ਪ੍ਰੋਫੈਸਰ ਸਾਹਿਬ ਨੂੰ ਰੁਪਏ ਨਾ ਲੈਣ ਲਈ ਕਹਿਣ ਦਾ ਹੌਸਲਾ ਤਿਆਰ ਕਰ ਰਿਹਾ ਸੀ ਜਦ ਇੱਕ ਸੁਣੀ ਹੋਈ ਆਵਾਜ਼ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹ ਸੋਹਣੀ ਕੁੜੀ ਜਿਸ ਨਾਲ ਅੱਜ ਮੇਰੀ ਟੱਕਰ ਹੋਈ ਸੀ, ਪਿਆਰ ਭਰੇ ਹੱਥਾਂ ਨਾਲ ਮੈਨੂੰ ਮੋਢੇ ਤੋਂ ਹਿਲਾ ਕੇ ਕਹਿ ਰਹੀ ਸੀ, ਲੈ ਲਓ ਨਾ ਜੀ, ਇਸੇ ਵਿੱਚ ਤੁਹਾਡੀ ਕੋਈ ਹੱਦ ਤੱਕ ਨਹੀਂ। ਤੇ ਉਹਦੇ ਦੂਜੇ ਹੱਥ ਵਿੱਚ ਉਹ ਚਿੱਠੀ ਸੀ ਜੋ ਮੈਂ ਆਪਣੀ ਹੋਣ ਵਾਲੀ ਪਤਨੀ ਨੂੰ ਲਾਹੌਰ ਕਾਲਜ ਦੇ ਪਤੇ ਤੇ ਪਰਸੋਂ ਹੀ ਲਿਖੀ ਸੀ। ਪ੍ਰੋਫੈਸਰ ਜੀ ਦੀ ਆਵਾਜ਼ ਵੱਡੇ ਕਮਰੇ 'ਚੋਂ ਗੂੰਜੀ, ਬੇਟੀ ਅੰਦਰ ਲੈ ਆ ਨਾ ਇਹਨਾਂ ਨੂੰ। ਪ੍ਰੋਫੈਸਰਾਣੀ ਜੀ ਨੇ ਅੰਦਰੋਂ ਆ ਕੇ ਮੇਰੀਆਂ ਅੱਖਾਂ 'ਚ ਅੱਥਰੂ ਦੇਖੇ ਤੇ ਮੈਨੂੰ ਖਬਰੇ ਕਿੱਡਾ ਨਿੱਕਾ ਬਾਲ ਤਸੱਵਰ ਕਰਕੇ ਮੇਰੇ ਹੰਝੂ ਹੱਥਾਂ ਨਾਲ ਪੂੰਝਦਿਆਂ ਆਖਿਆ, ਮੇਰਾ ਪੁੱਤਰ ਕਿਉਂ ਰੋਵੇ। ਧੰਨਵਾਦ। ਕਹਾਣੀ ਹੈ ਪੁਨਰ ਜਨਮ। ਸਨ ਫਰਾਂਸਿਸਕੋ ਸ਼ਹਿਰ ਦੇ ਬਾਹਰਲੇ ਇਲਾਕੇ 'ਚ, ਜਿੱਥੇ ਘੱਟ ਉੱਚੀਆਂ ਪਰ ਬਹੁਤ ਫੈਲੀਆਂ ਹੋਈਆਂ ਸਿੱਧੀਆਂ ਸਾਦੀਆਂ ਬਿਲਡਿੰਗਾਂ ਅੱਜ ਕੱਲ੍ਹ ਦੇ ਨਵੀਨ ਉਸਾਰੀ ਢੰਗ ਦਾ ਵਿਰੋਧ ਕਰਦੀਆਂ ਹੈ, ਇੱਕ ਰੋਮਨ ਤਰਜ਼ ਦੀ ਇਮਾਰਤ ਵੀ ਹੈ ਜੋ ਉੱਚੇ ਉੱਚੇ ਹਰੇ ਦਰਖਤਾਂ ਦੇ ਉੱਤੋਂ ਦੀ ਸ਼ਾਂਤ ਮਹਾਸਾਗਰ ਦੀਆਂ ਅਸ਼ਾਂਤ ਲਹਿਰਾਂ ਤੇ ਰੇਤਲੀਆਂ ਕੰਢਿਆਂ ਦਾ ਸਦੀਵੀ ਜੰਗ ਕਈ ਸਾਲਾਂ ਤੋਂ ਦੇਖ ਰਹੀ ਹੈ। ਇਹਦੀ ਵਧਵੀਂ ਪੋਰਚ ਹੇਠਾਂ ਮੋਟਰਾਂ ਆ ਕੇ ਪਲ ਭਰ ਲਈ ਖਲੋਂਦੀਆਂ ਸਨ ਤੇ ਉਤਰਨ ਵਾਲਿਆਂ ਨੂੰ ਉਤਾਰ ਕੇ ਜਾਂ ਤਾਂ ਇਕਲਵਾਂਝੇ ਬਣੇ ਤਬੇਲਿਆਂ 'ਚ ਜਾ ਖਲੋਂਦੀਆਂ ਤੇ ਜਾਂ ਵਾਪਸ ਬਾਹਰ ਆ ਜਾਂਦੀਆਂ। ਕੋਈ ਨੌਜਵਾਨ ਤੇ ਅਧਖੜ ਮਨੁੱਖ ਤੀਵੀਆਂ ਪੈਦਲ ਤੇ ਮੋਟਰਸਾਈਕਲਾਂ ਤੇ ਵੀ ਦਾਖਲ ਹੁੰਦੇ ਸਨ। ਕਿਸੇ ਕਿਸੇ ਕੋਲ ਇੱਕ ਕਾਪੀ ਤੇ ਇਕੱਲੀ ਦੁਕੱਲੀ ਕਿਤਾਬ ਵੀ ਦੇਖੀ ਜਾ ਸਕਦੀ ਸੀ। 10 ਵੱਜਣ ਵਾਲੇ ਸਨ। ਪਲਾਟਾਂ 'ਚ ਸੈਰ ਕਰ ਰਹੇ ਜੋੜੇ ਤੇ ਇੱਕੜ ਦੁੱਕੜ ਕੁੜੀਆਂ ਮੁੰਡੇ ਆਪਣੇ ਕਦਮਾਂ ਦਾ ਰੁੱਖ ਇਮਾਰਤ ਦੇ ਮੁੱਖ ਦਰਵਾਜ਼ੇ ਵੱਲ ਕਰ ਰਹੇ ਸਨ। ਗੰਭੀਰ ਸੁਰ ਵਾਲੀ ਘੜੀ ਨੇ 10 ਖੜਕਾਏ। ਨਾਲ ਹੀ ਇੱਕ ਬਰੀਕ ਬਿਜਲੀ ਦੀ ਘੰਟੀ ਵੱਜਣੀ ਸ਼ੁਰੂ ਹੋਈ। ਮੁੰਡੇ ਕੁੜੀਆਂ ਕਤਾਰਾਂ 'ਚ ਪੌੜੀਆਂ ਚੜ੍ਹੇ ਜਾ ਰਹੇ ਸਨ। ਕਲਾਸ ਅੱਗੇ ਵੀ ਅੱਧੀ ਕੁ ਭਰੀ ਹੋਈ ਸੀ। ਘੰਟੀ ਖਤਮ ਹੁੰਦਿਆਂ ਇੱਕ ਸੋਹਣੇ ਕੱਦ ਦੀ ਹਿੰਦੁਸਤਾਨੀ ਕੁੜੀ ਅੰਦਰ ਦਾਖਲ ਹੋਈ। ਸਾਰਿਆਂ ਨੇ ਉਹਦੀ ਪਾਰਸੀ ਸਟਾਈਲ ਦੀ ਬੇਸ਼ਕੀਮਤੀ ਸਾੜੀ ਨੂੰ ਦੇਖਿਆ। ਰੰਗ 'ਚ ਉਹ ਕੁੜੀ ਕਿਸੇ ਅਮਰੀਕਨ ਕੁੜੀ ਕੋਲੋਂ ਘੱਟ ਗੋਰੀ ਨਹੀਂ ਸੀ। ਉਹਦੀ ਪੁਸ਼ਾਕ ਤੋਂ ਇਲਾਵਾ ਉਹਦੇ ਨੈਣ ਨਕਸ਼ਾਂ ਵਿੱਚ ਵੀ ਕੋਈ ਫਰਕ ਜ਼ਰੂਰ ਸੀ ਜੋ ਉਹਦੀ ਸ਼ਕਲ ਨੂੰ ਅਮਰੀਕਨਾਂ ਨਾਲ ਨਹੀਂ ਸੀ ਮਿਲਣ ਦਿੰਦਾ। ਉਸ ਕੁੜੀ ਨੂੰ ਆਪਣੀ ਸਿੱਧੀ ਤੇ ਸ਼ਾਹਾਨਾ ਚਾਲ ਵਿੱਚ ਪਿਛਲੀਆਂ ਸੀਟਾਂ ਤੱਕ ਜਾਣਾ ਪਿਆ। ਬਾਵਜੂਦ ਹੈਰਾਨੀ ਦੇ ਕੋਈ ਲੜਕਾ ਜਾਂ ਲੜਕੀ ਉਹਦੇ ਲਾਗੋਂ ਲੰਘ ਜਾਣ ਮਗਰੋਂ ਪਿਛਾਂਹ ਮੁੜ ਕੇ ਨਹੀਂ ਸੀ ਦੇਖਦਾ। ਮੁੰਡਿਆਂ ਕੁੜੀਆਂ ਦੇ ਦਿਲ ਮੰਨਦੇ ਸਨ ਕਿ ਇਹ ਕੁੜੀ ਅੱਤ ਸੋਹਣੀ ਹੈ। ਉਹਦੇ ਚਿਹਰੇ ਤੇ ਲਾਲੀ ਦੀ ਮਿਕਦਾਰ ਕੁਝ ਘੱਟ ਸੀ, ਖਬਰੇ ਇਸ ਲਈ ਕਿ ਉਹਨੇ ਅਮਰੀਕਨ ਕੁੜੀਆਂ ਵਾਂਗ ਸਜਾਵਟ ਤੇ ਬਨਾਵਟ ਨਹੀਂ ਸੀ ਕੀਤੀ ਹੋਈ। ਅੱਜ ਇਸ ਟੀਚਰਸ ਟ੍ਰੇਨਿੰਗ ਕਾਲਜ ਦੀ ਪਹਿਲੀ ਤਿਮਾਹੀ ਟਰਮ ਦਾ ਦੂਸਰਾ ਲੈਕਚਰ ਸੀ। ਪਹਿਲੇ ਦਿਨ ਇਹ ਕੁੜੀ ਨਹੀਂ ਆਈ ਸੀ। ਪ੍ਰੋਫੈਸਰ ਸਾਹਿਬ 5 ਮਿੰਟ ਮਗਰੋਂ ਦਾਖਲ ਹੋਏ। ਇਹ ਉਮਰ 'ਚ 35 ਸਾਲ ਤੋਂ ਵੱਡੇ ਨਹੀਂ ਸਨ ਜਾਪਦੇ, ਭਾਵੇਂ ਕਾਲਜ ਦੀਆਂ ਕਿਤਾਬਾਂ 'ਚ ਉਹਨਾਂ ਦੀ ਉਮਰ ਹੁਣ 50 ਸਾਲ ਦੀ ਸੀ। ਕਿਸੇ ਨੂੰ ਇਹਨਾਂ ਦੀ ਨਸਲ ਦਾ ਪਤਾ ਨਹੀਂ ਸੀ, ਪਰ ਬਹੁਤੇ ਉਹਨਾਂ ਦੀ ਸ਼ਕਲ ਤੋਂ ਉਹਨਾਂ ਨੂੰ ਜਰਮਨ ਖਿਆਲ ਕਰਦੇ ਸਨ। ਪ੍ਰੋਫੈਸਰ ਸਾਹਿਬ ਦੇ ਅੰਗਰੇਜ਼ੀ ਬੋਲਣ ਦੇ ਲਹਿਜੇ ਤੇ ਰਵਾਨੀ ਤੋਂ ਪੜ੍ਹਨ ਵਾਲਿਆਂ ਦਾ ਸ਼ੱਕ ਦੂਰ ਹੋ ਜਾਂਦਾ ਸੀ ਤੇ ਉਹਨਾਂ ਨੂੰ ਅੰਗਰੇਜ਼ੀ ਮੁੱਢ ਦਾ ਅਮਰੀਕਨ ਸਮਝਣ ਲੱਗ ਪੈਂਦੇ ਸਨ। ਕਈ ਸੋਚਦੇ ਸਨ ਕਿ ਇਹਨਾਂ ਦੇ ਜਰਮਨ ਬਾਪ ਦਾਦੇ ਇੱਥੇ ਆ ਕੇ ਵਸੇ ਹੋਣਗੇ। ਟੋਪੀ ਟੇਬਲ ਤੇ ਰੱਖ ਕੇ ਉਸ ਕਾਲੇ ਗਾਊਨ ਵਿੱਚ ਆਪਣੇ ਹੱਥ ਕੱਢੇ, ਬਿਨਾਂ ਹਾਜ਼ਰੀ ਲਾਇਆਂ ਉਸ ਆਪਣਾ ਲੈਕਚਰ ਸ਼ੁਰੂ ਕੀਤਾ। ਦਾੜੀ ਮੁੱਛ ਦੀ ਅਣਹੋਂਦ ਨਾਲ ਉਹਦੇ ਚਿਹਰੇ ਦਾ ਉਤਰਾ ਚੜਾ ਉਹਦੇ ਲੈਕਚਰ ਨੂੰ ਬੜਾ ਸੁਆਦਲਾ ਬਣਾਈ ਜਾ ਰਿਹਾ ਸੀ। ਸਭ ਦੀਆਂ ਨਜ਼ਰਾਂ ਉਹਦੇ ਚਿਹਰੇ ਤੇ ਨਹੀਂ, ਉਹਦੀਆਂ ਬੋਲਦੀਆਂ ਅੱਖਾਂ 'ਚ ਗੱਡੀਆਂ ਹੋਈਆਂ ਸਨ। ਜਦ ਉਹ ਬਲੈਕ ਬੋਰਡ ਵੱਲ ਜਾਂਦਾ ਸੀ ਤਾਂ ਸਾਰੀਆਂ ਅੱਖਾਂ ਉੱਧਰ ਭੌਂ ਜਾਂਦੀਆਂ ਸਨ। ਅੱਧਾ ਕੁ ਪੀਰੀਅਡ ਗੁਜ਼ਰਨ ਮਗਰੋਂ ਹਿੰਦੁਸਤਾਨੀ ਕੁੜੀ ਆਪਣੀ ਸੀਟ ਤੋਂ ਉੱਠੀ। ਆਪਣੇ ਕੱਪੜਿਆਂ ਨੂੰ ਇਵੇਂ ਸਾਂਭਿਆ ਕਿ ਸਰ ਦੀ ਆਵਾਜ਼ ਨਾ ਹੋਵੇ। ਹੌਲੀ ਹੌਲੀ ਇਉਂ ਅਗਾਂਹ ਵਧਣ ਲੱਗੀ ਜਿਵੇਂ ਬੱਚੇ ਕਈ ਵਾਰ ਆਪਣੇ ਕੋਮਲ ਪੋਟਿਆਂ ਨਾਲ ਤਿੱਤਲੀ ਦੇ ਨਾਜ਼ੁਕ ਪਰਾਂ ਨੂੰ ਕਾਬੂ ਕਰਨ ਲਈ ਵੱਧਦੇ ਹਨ। ਕਿਸੇ ਮੁੰਡੇ ਨੂੰ ਉਹਦੀ ਹਰਕਤ ਦਾ ਪਤਾ ਨਾ ਲੱਗਾ। ਜਦ ਉਹ ਸੀਟਾਂ ਦੀ ਹੱਦ ਵਿੱਚੋਂ ਲੰਘਦੀ ਭੂਤਨਿਆਂ ਵਾਂਗ ਅਗਾਂਹ ਵੱਧਦੀ ਆਈ ਤਾਂ ਪ੍ਰੋਫੈਸਰ ਚੁੱਪ ਹੋ ਗਿਆ। ਸਾਰੇ ਲੜਕੇ ਲੜਕੀਆਂ ਦੀ ਨਜ਼ਰ ਹੁਣ ਉਸ 'ਤੇ ਪਈ। ਸਾਰਿਆਂ ਦੇਖਿਆ ਕਿ ਪ੍ਰੋਫੈਸਰ ਦੀ ਨਜ਼ਰ ਵੀ ਉਸ ਕੁੜੀ ਤੇ ਬੜੀ ਹੈਰਾਨੀ ਭਰੇ ਗੌਰ ਨਾਲ ਪੈ ਰਹੀ ਹੈ।
ਅਚਾਨਕ ਪ੍ਰੋਫੈਸਰ ਨੇ ਆਪਣਾ ਆਪ ਸੰਭਿਆ ਤੇ ਆਖਿਆ ਕਿ ਅੱਜ ਦਾ ਲੈਕਚਰ ਇੱਥੇ ਬੰਦ ਹੁੰਦਾ ਹੈ ਤੇ ਬਾਹਰ ਤੁਰਨ ਲੱਗਾ। ਕੁੜੀ ਨੇ ਭੱਜ ਕੇ ਪ੍ਰੋਫੈਸਰ ਦਾ ਗਾਊਨ ਫੜ ਲਿਆ ਤੇ ਹਿੰਦੁਸਤਾਨੀ 'ਚ ਉੱਚੀ ਉੱਚੀ ਕਹਿਣ ਲੱਗੀ, ਹੁਣ ਮੈਂ ਫੇਰ ਤੁਹਾਨੂੰ ਲੱਭ ਲਿਆ, ਹੁਣ ਮੈਂ ਤੁਹਾਨੂੰ ਕਦੇ ਨਹੀਂ ਗੁਆਚਣ ਦੇਵਾਂਗੀ। ਪ੍ਰੋਫੈਸਰ ਨੇ ਅੰਗਰੇਜ਼ੀ 'ਚ ਕਿਹਾ, ਇਹ ਕੀ ਮਾਮਲਾ ਹੈ, ਇਹ ਕੀ ਤਮਾਸ਼ਾ ਦਿਖਾਇਆ ਜਾ ਰਿਹਾ ਹੈ। ਵਿਦਿਆਰਥੀਆਂ ਵਿੱਚੋਂ ਕੋਈ ਨਹੀਂ ਸੀ ਹਿੱਲਿਆ ਤੇ ਉਹ ਪਰਦੇ ਤੇ ਹੋ ਰਹੇ ਛਾਇਆ ਨਾਟਕ ਵਾਂਗ ਇਹ ਸਭ ਕੁਝ ਦੇਖ ਰਹੇ ਸਨ। ਤੁਸੀਂ ਮੈਨੂੰ ਇਸ ਵਾਰ ਧੋਖਾ ਨਹੀਂ ਦੇ ਸਕਦੇ, ਮੈਂ ਕਦੇ ਤੁਹਾਨੂੰ ਨਹੀਂ ਛੱਡਾਂਗੀ, ਕੁੜੀ ਨੇ ਸ਼ੁੱਧ ਵਲੈਤੀ ਲਹਿਜੇ ਦੀ ਅੰਗਰੇਜ਼ੀ 'ਚ ਕਿਹਾ। ਅੱਛਾ ਅੱਛਾ, ਤਮਾਸ਼ਾ ਨਾ ਦਿਖਾਓ, ਮੇਰੇ ਕਮਰੇ 'ਚ ਆ ਕੇ ਮੈਨੂੰ ਸਮਝਾਓ ਤੁਹਾਡਾ ਕੀ ਮਤਲਬ ਹੈ। ਤੁਸੀਂ ਕੋਈ ਵੱਡਾ ਧੋਖਾ ਖਾਦਾ ਮਾਲੂਮ ਹੁੰਦਾ ਹੈ। ਮੁੰਡੇ ਹੈਰਾਨ ਸਨ, ਕੁੜੀਆਂ ਮੁਸਕਰਾ ਰਹੀਆਂ ਸਨ। ਹੌਲੀ ਹੌਲੀ ਸਭ ਥੱਲੇ ਉਤਰ ਆਏ। ਕੁਝ ਮੁੰਡੇ ਕੁੜੀਆਂ ਬਾਹਰਲੇ ਪਲਾਟਾਂ 'ਚ ਇੱਕ ਕੁੜੀ ਦੁਆਲੇ ਘੇਰਾ ਪਾ ਕੇ ਖੜੇ ਹੋ ਗਏ ਜੋ ਆਖ ਰਹੀ ਸੀ, ਇਸ ਕੁੜੀ ਦਾ ਨਾਂ ਕਵਿਤਾ ਕੁਮਾਰੀ ਹੈ, ਹਿੰਦੁਸਤਾਨ ਦੀ ਰਹਿਣ ਵਾਲੀ ਹੈ, ਕਰੋੜਾਂਪਤੀ ਪਿਓ ਦੀ ਜਾਇਦਾਦ ਦੀ ਵਾਰਸ ਹੈ, ਦੁਨੀਆ ਦੀ ਸੈਰ ਕਰਨ ਨਿਕਲੀ ਹੈ, ਇਹਨੂੰ ਇੱਕ ਬੜਾ ਵੱਡਾ ਬੱਚਿਆਂ ਦਾ ਸਕੂਲ ਹਿੰਦੁਸਤਾਨ 'ਚ ਖੋਲ੍ਹਿਆ ਹੋਇਆ ਹੈ, ਮੇਰੇ ਨਾਲ ਦਾ ਬੰਗਲਾ ਇਸ ਕਿਰਾਏ 'ਤੇ ਲਿਆ। ਗੱਲਾਂ ਗੱਲਾਂ 'ਚ ਮੈਂ ਇਹਨੂੰ ਆਪਣੇ ਕਾਲਜ ਦਾ ਪਤਾ ਦੱਸਿਆ ਤੇ ਦਾਖਲ ਹੋ ਗਈ, ਹੋਰ ਕੁਝ ਮੈਨੂੰ ਪਤਾ ਨਹੀਂ। ਹੌਲੀ ਹੌਲੀ ਵਿਦਿਆਰਥੀ ਖਿੱਲਰ ਪੁੱਲਰ ਗਏ। ਕੁਝ ਕੁ ਪੈਦਲ ਜਾਣ ਵਾਲਿਆਂ ਨੇ ਕਾਰ 'ਚ ਪ੍ਰੋਫੈਸਰ ਤੇ ਉਸ ਕੁੜੀ ਨੂੰ ਚੜ੍ਹੀ ਜਾਂਦੇ ਵੇਖਿਆ। ਦੂਸਰੇ ਦਿਨ ਵਿਦਿਆਰਥੀ ਕਾਲਜ ਆਏ ਤਾਂ ਨੋਟਿਸ ਬੋਰਡ ਉੱਤੇ ਡੀਨ ਦੀਆਂ ਦਸਖਤਾਂ ਸਮੇਤ ਲਿਖਿਆ ਸੀ, ਮੈਨੂੰ ਅਫਸੋਸ ਨਾਲ ਦੱਸਣਾ ਪੈਂਦਾ ਹੈ ਕਿ ਪ੍ਰੋਫੈਸਰ ਪਾਲ ਨੇ 24 ਘੰਟੇ ਦੇ ਨੋਟਿਸ ਤੇ ਪ੍ਰੋਫੈਸਰੀ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਉਹ ਦੂਸਰੀ ਟਰਮ ਵਾਲੀ ਕਲਾਸ ਨੂੰ ਹੀ ਪੜ੍ਹਾਉਣਗੇ। ਪਰਸੋਂ ਉਹਨਾਂ ਨੂੰ ਕਾਲਜ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਜਾਏਗੀ। ਸਾਰਿਆਂ ਅੱਗੇ ਹਾਜ਼ਰ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਤੀਸਰੇ ਦਿਨ ਕਾਲਜ 'ਚ ਬੜੀਆਂ ਰੌਣਕਾਂ ਸਨ। ਕਈ ਬਾਹਰਲੇ ਸੱਜਣ ਵੀ ਉੱਚੇ ਸੱਦੇ ਤੇ ਆਏ ਸਨ। ਵਿਦਿਆਰਥੀ ਵਿਦਿਆਰਥਣਾਂ ਇਸ ਅਜੀਬ ਭੇਤ ਦੇ ਖੁੱਲ੍ਹਣ ਦੀ ਉਡੀਕ 'ਚ ਸਨ। ਆਖਰ ਕਾਲਜ ਦੇ ਪ੍ਰੋਫੈਸਰਾਂ, ਪ੍ਰਬੰਧਕਾਂ, ਪੁਰਾਣੇ ਤੇ ਨਵੇਂ ਵਿਦਿਆਰਥੀਆਂ ਦੇ ਪ੍ਰਤੀਨਿਧਾਂ ਤੇ ਬਾਹਰਲੇ ਸੱਜਣਾਂ ਦੀਆਂ ਤਾਰੀਫੀ ਸਪੀਚਾਂ ਤੋਂ ਮਗਰੋਂ ਪ੍ਰੋਫੈਸਰ ਪਾਲ ਸਾਹਿਬ ਧੰਨਵਾਦ ਦੀ ਸਪੀਚ ਕਰਨ ਲਈ ਉੱਠੇ। ਤਾੜੀਆਂ ਨਾਲ ਹਾਲ ਗੂੰਜ ਉੱਠਿਆ। ਲਿਸ਼ਕਦੀਆਂ ਟਾਈਲਾਂ ਤੇ ਘੱਟ ਤੋਂ ਘੱਟ ਆਵਾਜ਼ ਕਰਨ ਦਾ ਯਤਨ ਕਰਦੇ ਹੋਏ ਪ੍ਰੋਫੈਸਰ ਸਾਹਿਬ ਅਗਾਂਹ ਵਧੇ ਤੇ ਉਹ ਬੋਲਣਾ ਸ਼ੁਰੂ ਕੀਤਾ। ਮੈਂ ਦਿਲ ਦੀਆਂ ਡੂੰਘਾਈਆਂ 'ਚੋਂ ਆਪ ਦਾ ਧੰਨਵਾਦ ਕਰਦਾ। ਅਸਲ 'ਚ ਜੋ ਵਧੀ ਚੜ੍ਹੀ ਤਾਰੀਫ ਆਪਨੇ ਮੇਰੀ 6 ਸਾਲਾਂ ਦੀ ਕਾਰਗੁਜ਼ਾਰੀ ਦੀ ਕੀਤੀ ਹੈ, ਮੇਰੀ ਕਾਰਗੁਜ਼ਾਰੀ ਆਪਣੇ ਆਪ ਨੂੰ ਉਹਦੇ ਲਾਇਕ ਨਹੀਂ ਸਮਝਦੀ। ਵਿਦਿਆਰਥੀਓ, ਮੈਂ ਵੀ ਇਸੇ ਕਾਲਜ ਦਾ ਵਿਦਿਆਰਥੀ ਰਹਿ ਚੁੱਕਾ। ਮੈਨੂੰ ਇੱਥੇ ਹੀ ਪ੍ਰੋਫੈਸਰ ਲਾ ਦੇਣਾ ਅਮਰੀਕਾ ਦਾ, ਹਿੰਦੁਸਤਾਨ ਦੀ ਇੱਜ਼ਤ ਅਫਜ਼ਾਈ ਕਰਨਾ ਹੈ। ਵਿਦਿਆਰਥੀਆਂ ਤੇ ਪ੍ਰਤਿਸ਼ਠ ਸੱਜਣਾਂ ਨੂੰ ਅੱਜ ਪਤਾ ਲੱਗਾ ਕਿ ਪ੍ਰੋਫੈਸਰ ਪਾਲ ਹਿੰਦੁਸਤਾਨੀ ਹੈ। ਉਹਨਾਂ ਨੇ ਹਿੰਦੁਸਤਾਨੀ ਕਾਲੇ ਆਦਮੀ ਹੀ ਪੜ੍ਹੇ ਹੋਏ ਸਨ ਤੇ ਜਿਹੜੇ ਹਿੰਦੁਸਤਾਨੀ ਉਹਨਾਂ ਕਦੇ ਅੱਗੇ ਵੇਖੇ ਵੀ ਸਨ, ਉਹ ਇਸ ਤਰ੍ਹਾਂ ਦੇ ਗੋਰੇ ਨਹੀਂ ਸੀ ਹੁੰਦੇ। ਪ੍ਰੋਫੈਸਰ ਨੇ ਸਪੀਚ ਜਾਰੀ ਰੱਖਦਿਆਂ ਕਿਹਾ, ਮੈਂ ਕਿਹੜੇ ਲਫ਼ਜ਼ਾਂ ਨਾਲ ਆਪ ਦਾ ਧੰਨਵਾਦ ਕਰ ਸਕਦਾ। ਮੇਰਾ ਖਿਆਲ ਸੀ ਕਿ ਮੈਂ ਅੱਜ ਧੰਨਵਾਦ ਆਖਦਾ ਆਪਣੀ ਸਪੀਚ ਨੂੰ ਖ਼ਤਮ ਕਰ ਦੇਵਾਂ, ਪਰ ਤੁਸੀਂ ਹੈਰਾਨ ਹੋਗੇ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਹੈ। ਮੈਂ ਕੱਲ੍ਹ ਹੀ ਲਿਖੀ ਹੈ। ਪ੍ਰੋਫੈਸਰ ਨੇ ਆਪਣੇ ਕੋਟ ਦੀ ਜੇਬ 'ਚੋਂ ਕੁਝ ਕਾਗਜ਼ ਕੱਢਦਿਆਂ ਕਿਹਾ, ਇਸ ਦਾ ਨਾਮ ਹੈ ਪੁਨਰ ਜਨਮ। ਪੁਨਰ ਜਨਮ ਤੇ ਤੁਹਾਡੇ ਵਿੱਚੋਂ ਬਹੁਤੇ ਵਿਸ਼ਵਾਸ ਨਹੀਂ ਰੱਖਦੇ ਹੋਣਗੇ, ਕੋਈ ਹਰਜ ਨਹੀਂ, ਮੈਂ ਵੀ ਤੁਹਾਡੇ ਵਾਂਗ ਨਹੀਂ ਸੀ ਰੱਖਦਾ। ਆਖਿਰ ਕਹਾਣੀ ਤਾਂ ਹੁੰਦੀ ਹੈ। ਹਾਂ, ਹੁਣ ਮੈਂ ਕਹਾਣੀ ਸ਼ੁਰੂ ਕਰਦਾ। ਵਿਦਿਆਰਥੀ ਤੇ ਹੋਰ ਲੋਕ ਸੋਚਦੇ ਸਨ ਕਿ ਪ੍ਰੋਫੈਸਰ ਜੀ ਆਪਣੀ ਨੌਕਰੀ ਛੱਡਣ ਦਾ ਕਾਰਨ ਦੱਸਣਗੇ, ਪਰ ਉਹਨਾਂ ਨੂੰ ਇਸ ਪਾਸਿਓਂ ਇਸ ਵੇਲੇ ਨਿਰਾਸ਼ ਹੀ ਰਹਿਣਾ ਪਿਆ। ਕਈਆਂ ਨੇ ਸੋਚਿਆ ਖਬਰੇ ਕਹਾਣੀ ਵਿੱਚ ਹੀ ਕੋਈ ਕਾਰਨ ਲੁਕਾ ਰੱਖਿਆ ਹੋਵੇ। ਜਾ ਰਹੇ ਪ੍ਰੋਫੈਸਰ ਦੀ ਆਖਰੀ ਚਾਹ ਦਾ ਸਤਿਕਾਰ ਕਰਦਿਆਂ ਹੋਇਆਂ ਸਾਰਿਆਂ ਪੂਰੀ ਸ਼ਾਂਤੀ ਨਾਲ ਕਹਾਣੀ ਸੁਣਨ ਲਈ ਕੰਨ ਤਿਆਰ ਕਰ ਲਏ। ਪ੍ਰੋਫੈਸਰ ਨੇ ਸ਼ੁਰੂ ਕੀਤਾ। ਹਿੰਦੁਸਤਾਨ ਦੀ ਸ਼ਾਹੀ ਰਾਜਧਾਨੀ ਦਿੱਲੀ ਦੇ ਇੱਕ ਕਰੋੜਪਤੀ ਸੇਠ ਰਾਮ ਨਾਰਾਇਣ ਦੀ ਕੋਠੀ ਦੇ ਬਗੀਚੇ ਵੱਲ ਦੇ ਵਧਾ ਤੇ ਇੱਕ ਚਿੱਟ ਕੱਪੜੀਆ ਮਾਸਟਰ ਇੱਕ 16-17 ਸਾਲ ਦੀ ਹੱਦ ਸੋਹਣੀ ਕੁੜੀ ਨੂੰ ਪੜ੍ਹਾ ਰਿਹਾ ਸੀ। ਢਲਦੀ ਦੁਪਹਿਰ ਦੀ ਤਰੇਸ਼ਵੀਂ ਧੁੱਪ ਸਿਆਲੇ ਦੀ ਸਰਦੀ ਨੂੰ ਦੂਰ ਕਰਦੀ ਉਹਨਾਂ ਦੇ ਚਿਹਰਿਆਂ ਟੇਬਲ ਤੇ ਕਿਤਾਬਾਂ ਤੇ ਪੈ ਰਹੀ ਸੀ। ਕੁੜੀ ਦੀ ਪੁਸ਼ਾਕ ਬੜੀ ਸਿੱਧੀ ਸਾਦੀ ਸੀ। ਪੁਸ਼ਾਕ ਤੋਂ ਅਮੀਰ ਪਿਓ ਦੀ ਇਕੱਲੀ ਧੀ ਨਹੀਂ ਸੀ ਜਾਪਦੀ। ਮਾਸਟਰ ਰੋਜ਼ ਦਿਲ 'ਚ ਸੋਚਦਾ ਸੀ ਕਿ ਇਹੋ ਜਿਹੀ ਅਹਿਸਾਸ ਰਹਿਤ ਕੁੜੀ ਮੈਂ ਕਦੇ ਨਹੀਂ ਪੜ੍ਹਾਈ। ਇੱਕ ਵਾਰੀ ਕੋਲਰਿਜ ਦੀ ਪਿਆਰ ਨਾਂ ਦੀ ਕਵਿਤਾ ਸ਼ੁਰੂ ਸੀ। ਕੁੜੀ ਨੇ ਇੱਕ ਵਾਰੀ ਵੀ ਨਜ਼ਰ ਚੁੱਕ ਕੇ ਮਾਸਟਰ ਵੱਲ ਨਹੀਂ ਸੀ ਵੇਖਿਆ। ਅਸਲ 'ਚੋਂ ਇਸ ਦੀ ਆਦਤ ਨਹੀਂ ਸੀ।
ਜਦ ਮਾਸਟਰ ਪੜ੍ਹਾ ਰਿਹਾ ਸੀ, ਉਸ ਬਹਾਦਰ ਦੇ ਪਿਆਰ ਹਾਵਿਆਂ ਦੀ ਕਹਾਣੀ ਦਾ ਗੀਤ ਉਹਦਾ ਆਪਣਾ ਪਿਆਰ ਉਸ ਸੁਣਨ ਵਾਲੀ ਕੁੜੀ ਤੇ ਜ਼ਾਹਰ ਕਰਦਾ ਸੀ। ਉਹਦੀ ਆਵਾਜ਼ ਕੁਝ ਬਦਲੀ, ਜਿਹਨੂੰ ਕਿ ਉਹ ਆਪ ਵੀ ਨਾ ਪਛਾਣ ਸਕਿਆ। ਕੁੜੀ ਨੇ ਆਪਣੇ ਸੁਭਾਅ ਦੇ ਵਿਰੁੱਧ ਮਾਸਟਰ ਵੱਲ ਤੱਕਿਆ। ਉਹਨੂੰ ਮਹਿਸੂਸ ਹੋਇਆ ਜਿਵੇਂ ਮਾਸਟਰ ਛਾਤੀ ਨੂੰ ਉਭਰਨ ਤੋਂ ਰੋਕਣ ਦਾ ਯਤਨ ਕਰ ਰਿਹਾ ਹੈ। ਕਿਸੇ ਜਗ ਕੇ ਬੁਝ ਰਹੀ ਅਗਨੀ ਦੀ ਲਿਸ਼ਕ ਹਾਲੀ ਵੀ ਉਹਦੀਆਂ ਅੱਖਾਂ 'ਚ ਕੁੜੀ ਨੂੰ ਦਿਸੀ। ਇਹ ਇਹੋ ਜਿਹੀ ਲਿਸ਼ਕ ਸੀ ਜਿਹੜੀ ਕਿ ਉਹਨੇ ਕਦੇ ਨੌਜਵਾਨ ਕਾਲਜੀਏਟ ਮੁੰਡਿਆਂ ਦੀਆਂ ਅੱਖਾਂ 'ਚ ਵੀ ਨਹੀਂ ਸੀ ਦੇਖੀ। ਇਹ ਸੀ ਅਧਖੜ ਮਾਸਟਰ। ਉਹਨੇ ਉਸੇ ਵੇਲੇ ਆਪਣੀ ਕਿਤਾਬ ਰੱਖ ਦਿੱਤੀ ਤੇ ਬੜੇ ਮਿੱਠੇ ਤੇ ਤਰਲੇ ਭਰੇ ਲਹਿਜੇ 'ਚ ਆਖਿਆ, ਮਾਸਟਰ ਜੀ, ਮੈਂ ਅੱਜ ਹੋਰ ਨਹੀਂ ਪੜ੍ਹਾਂਗੀ। ਮਾਸਟਰ ਨੇ ਕੋਈ ਹੀਲ ਹੁਜਤ ਨਾ ਕੀਤੀ ਤੇ ਉਸੇ ਵੇਲੇ ਉੱਠ ਕੇ ਟੁਰ ਪਿਆ। ਰਾਹ 'ਚ ਉਹਨੇ ਸੋਚਿਆ, ਕੁੜੀ ਨੂੰ ਕੁਝ ਤਕਲੀਫ ਹੋਏਗੀ ਜਾਂ ਕਿਤੇ ਜਾਣਾ ਹੋਏਗਾ, ਕੀ ਪਤਾ ਐਵੇਂ ਹੀ ਨਾ ਪੜਿਆ ਹੋਵੇ। ਪਿਓ ਦੀ ਲਾਡਲੀ ਧੀ ਜੋ ਹੋਈ। ਕੁਝ ਚਿਰ ਮਗਰੋਂ ਉਹਦੇ ਵਿਚਾਰਾਂ ਦਾ ਰੁਖ ਬਦਲਿਆ ਤੇ ਸੋਚਣ ਲੱਗਾ, ਪਰ ਕੁੜੀ ਨੇ ਅੱਜ ਬੜੀ ਜ਼ੁਰਤ ਕੀਤੀ। ਉਸ ਮੇਰੇ ਵੱਲ ਡੂੰਘੀ ਨਿਗਾਹ ਨਾਲ ਕਿਉਂ ਵੇਖਿਆ? ਕੀ ਮੇਰੀ ਆਵਾਜ਼ ਉਸ ਵੇਲੇ ਕਮਜ਼ੋਰ ਹੋ ਗਈ ਸੀ? ਨਹੀਂ, ਪਰ ਠੰਡਾ ਸਾਹ ਤਾਂ ਮੈਂ ਕੋਸ਼ਿਸ਼ ਨਾਲ ਰੋਕਿਆ ਸੀ। ਉਹ ਕੁੜੀ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ, ਪਰ ਉਹ ਪੜ੍ਹਾਈ ਨੂੰ ਸਮਝਦੀ ਹੈ। ਤਦੇ ਤਾਂ ਇਮਤਿਹਾਨ 'ਚ ਪਾਸ ਹੁੰਦੀ ਹੈ। ਕਿਤੇ ਇਸ ਗੱਲ ਨੂੰ ਮੇਰੀ ਕਮਜ਼ੋਰੀ ਸਮਝ ਕੇ ਮੇਰਾ ਪੜ੍ਹਾਉਣ ਜਾਣਾ ਨਾ ਰੁਕਵਾ ਦੇਵੇ। ਮੁੜ ਕੇ ਮੈਂ ਇਹੋ ਜਿਹੀ ਗਲਤੀ ਨਹੀਂ ਕਰਾਂਗਾ। ਦੂਸਰੇ ਦਿਨ ਜਦੋਂ ਵਕਤ ਸਿਰ ਸੇਠ ਨਾਰਾਇਣ ਦੀ ਕੋਠੀ ਪਹੁੰਚਿਆ ਤਾਂ ਘੰਟੀ ਦਾ ਜਵਾਬ ਦੇਣ ਉਸ ਕੁੜੀ ਦੀ ਥਾਂ ਇੱਕ ਨੌਕਰਾਣੀ ਆਈ। ਮਾਸਟਰ ਘਬਰਾਇਆ, ਪਰ ਛੇਤੀ ਨੌਕਰਾਣੀ ਬੋਲੀ, ਮਾਸਟਰ ਜੀ, ਬੀਬੀ ਹੋਰੀ ਬਾਗ 'ਚ ਬੈਠੀ ਹਨ, ਅੱਜ ਉੱਥੇ ਹੀ ਪੜ੍ਹਨਗੇ। ਮਾਸਟਰ ਰਫਸ਼ਾਂ ਦੇ ਤੁਰਦਾ ਕੋਠੀ ਦੇ ਪਿਛਲੇ ਪਾਸੇ ਨਿਕਲ ਗਿਆ। ਇੱਕ ਫੁਹਾਰੇ ਦੇ ਲਾਗੇ ਦੋ ਕੁਰਸੀਆਂ ਡੱਠੀਆਂ ਸਨ ਤੇ ਵਿਚਕਾਰ ਇੱਕ ਨਿੱਕਾ ਜਿਹਾ ਮੇਜ਼ ਸੀ। ਮੇਜ਼ ਦੇ ਉੱਤੇ ਕਿਤਾਬਾਂ ਤੇ ਇੱਕ ਚਾਹ ਦੀ ਪਿਆਲੀ ਪਈ ਸੀ। ਮਾਸਟਰ ਦਾ ਆਦਰ ਕੁੜੀ ਨੇ ਗੁਲਾਬ ਦੀ ਇੱਕ ਝਾੜੀ ਲਾਗੇ ਖੜੋਤਿਆਂ ਕੀਤਾ ਤੇ ਨਾਲ ਚਾਹ ਦੀ ਪੁੱਛ ਕੀਤੀ। ਮਾਸਟਰ ਨੇ ਕਿਹਾ, ਮੈਂ ਚਾਹ ਨਹੀਂ ਪੀਂਦਾ, ਦੁੱਧ ਆ ਸਕਦਾ। ਕੁੜੀ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ, ਪਰ ਦੁੱਧ ਮੈਂ ਪੀ ਕੇ ਆਇਆ। ਇਸ ਤਰ੍ਹਾਂ ਦੋਵੇਂ ਕੁਰਸੀਆਂ ਤੇ ਬੈਠ ਗਏ। ਮਾਸਟਰ ਨੇ ਅੱਜ ਕੁੜੀ ਦਾ ਰਵੱਈਆ ਬਹੁਤ ਹੀ ਬਦਲਿਆ ਜਾਪਦਾ ਸੀ। ਅੱਜ ਉਸ ਕੁੜੀ ਨੇ ਬੇਸ਼ਕੀਮਤੀ ਪੁਸ਼ਾਕ ਪਹਿਨੀ ਸੀ। ਵਾਧਾ ਇਹ ਸੀ ਕਿ ਉਸ ਪੰਜਾਬੀ ਕਿਸਮ ਦਾ ਜਨਾਨਾ ਪਜਾਮਾ ਪਾਇਆ ਸੀ। ਵਾਲ ਉਹਨੇ ਇੱਕ ਗੁਲਾਬ ਦੇ ਲਾਲ ਸੂਏ ਫੁੱਲ ਨਾਲ ਸਜਾਏ ਸਨ, ਜੋ ਸਿਰ ਦੇ ਬਰੀਕ ਕੱਪੜੇ ਵਿੱਚੋਂ ਦੀ ਦਿਸ ਰਿਹਾ ਸੀ। ਮਾਸਟਰ ਨੇ ਬੈਠ ਕੇ ਵਾਰਤਕ ਦੀ ਕਿਤਾਬ ਪੜ੍ਹਾਉਣ ਲਈ ਚੁੱਕੀ, ਪਰ ਕੁੜੀ ਨੇ ਕੱਲ ਦੀ ਅੱਧ ਵਿੱਚ ਰਹੀ ਨਜ਼ਮ ਨੂੰ ਪੂਰਾ ਕਰਨ ਲਈ ਆਖਿਆ। ਮਜਬੂਰਨ ਮਾਸਟਰ ਨੇ ਉਹ ਕਿਤਾਬ ਸ਼ੁਰੂ ਕੀਤੀ। ਕੁਝ ਚਿਰ ਮਗਰੋਂ ਕੁੜੀ ਨੇ ਆਖਿਆ, ਮਾਸਟਰ ਜੀ, ਤੁਸੀਂ ਕੱਲ ਵਾਂਗ ਨਹੀਂ ਪੜ੍ਹਾ ਰਹੇ। ਮਾਸਟਰ ਨੇ ਚੋਟ ਸਹਾਰਦਿਆਂ ਕਿਹਾ, ਮੈਂ ਸਦਾ ਇੱਕੋ ਜਿਹਾ ਪੜ੍ਹਾਉਣਾ। ਨਹੀਂ, ਕੁੜੀ ਨੇ ਉੱਤਰ ਦਿੱਤਾ। ਕੀ ਫਰਕ ਹੈ? ਮਾਸਟਰ ਨੇ ਹੈਰਾਨੀ ਨਾਲ ਪੁੱਛਿਆ। ਤੁਹਾਡੀਆਂ ਅੱਖਾਂ 'ਚ ਕੱਲ ਵਾਲੀ ਚਮਕ ਨਹੀਂ। ਕੀ ਗੱਲਾਂ ਪੇ ਕਰਦੇ ਹੋ? ਮਾਸਟਰ ਨੇ ਕੁਝ ਗੁੱਸੇ ਤੇ ਕੁਝ ਉਹਦੇ ਇੱਕਦਮ ਬਦਲ ਗਏ ਰਵੱਈਏ ਨੂੰ ਦੇਖ ਕੇ ਆਖਿਆ, ਮੈਨੂੰ ਉਹ ਚਮਕ ਚੰਗੀ ਲੱਗਦੀ ਹੈ। ਕੁੜੀ ਨੇ ਡਾਢੀ ਦਿਲਕਸ਼ ਤੇ ਅਧੀਨਗੀ ਭਰੀ ਮੁਸਕਰਾਹਟ ਨਾਲ ਕਿਹਾ, ਕੀ ਤੁਸੀਂ ਸ਼ੁਦਾਈ ਨਹੀਂ ਹੋ ਗਏ? ਨਹੀਂ ਮਾਸਟਰ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੀ ਗੱਲ ਆਪਣੇ ਦਿਲ 'ਚ ਲੁਕਾਈ ਫਿਰਦੇ ਹੋ? ਕੋਈ ਨਹੀਂ, ਉੱਕੀ ਕੋਈ ਗੱਲ ਨਹੀਂ। ਤੁਹਾਨੂੰ ਗੱਲ ਦੱਸਣੀ ਪਏਗੀ, ਨਹੀਂ ਤੇ ਕੱਲ ਤੋਂ ਛੁੱਟੀ ਕਰਨੀ ਪਏਗੀ। ਮਾਸਟਰ ਅੱਜ ਦੀ ਗੱਲਬਾਤ ਤੋਂ ਉੱਕਾ ਹੀ ਹੈਰਾਨ ਸੀ। ਉਹ ਇਹੋ ਜਿਹੀ ਟਿਊਸ਼ਨ ਛੱਡ ਦੇਣੀ ਚਾਹੁੰਦਾ ਸੀ, ਪਰ ਇਸ ਵੇਲੇ ਉਹ ਮਜਬੂਰ ਸੀ। ਉਸ ਕੋਲ ਇਹੋ ਇੱਕ ਟਿਊਸ਼ਨ ਸੀ ਜਿਹਨੂੰ ਉਹ ਛੱਡਣਾ ਨਹੀਂ ਸੀ ਚਾਹੁੰਦਾ। ਇਹੋ ਜਿਹੀ ਵੱਡੀ ਟਿਊਸ਼ਨ ਦੇ ਆਧਾਰ ਤੇ ਹੀ ਉਹਨੂੰ ਹੋਰ ਟਿਊਸ਼ਨਾਂ ਮਿਲਣੀਆਂ ਸਨ। ਆਖਰ ਉਸ ਕਿਹਾ, ਜਿਹੜੀ ਗੱਲ ਮੇਰੇ ਦਿਲ 'ਚ ਹੈ, ਜੇ ਮੈਂ ਉਹ ਦੱਸਾਂ ਤਾਂ ਤੁਸੀਂ ਮੈਨੂੰ ਨਫ਼ਰਤ ਕਰਨ ਲੱਗ ਪਾਓਗੇ। ਮੇਰੀ ਇੱਜ਼ਤ ਬਰਬਾਦ ਹੋ ਜਾਏਗੀ। ਉਸ ਹਾਲਤ 'ਚ ਤੁਸੀਂ ਮੇਰੀ ਟਿਊਸ਼ਨ ਜ਼ਰੂਰ ਹਟਾ ਦਿਓਗੇ ਤੇ ਮੇਰੀ ਟਿਊਸ਼ਨ ਹੋਰ ਵੀ ਕੋਈ ਨਹੀਂ ਰੱਖੇਗਾ। ਸੋ ਮੇਰੀ ਇੱਜ਼ਤ ਬਣੀ ਰਹਿਣ ਦਿਓ ਤੇ ਰੋਜ਼ੀ ਵੀ। ਮੈਂ ਤੁਹਾਡੀ ਗੱਲ ਕਿਸੇ ਨੂੰ ਨਹੀਂ ਦੱਸਾਂਗੀ, ਤੁਸੀਂ ਫਿਕਰ ਨਾ ਕਰੋ। ਮਾਸਟਰ ਨੇ ਉਹ ਕਹਿਣਾ ਸ਼ੁਰੂ ਕੀਤਾ, ਮੈਂ ਲਾਹੌਰ ਦਾ ਰਹਿਣ ਵਾਲਾ। ਮੇਰੇ ਪਿਤਾ ਜੀ ਚੰਗੇ ਅਮੀਰ ਸਨ। ਮਾਤਾ ਦਾ ਦੇਹਾਂਤ ਮੇਰੇ ਜੰਮਦਿਆਂ ਹੀ ਹੋ ਚੁੱਕਾ ਸੀ। ਮਾਤਾ ਦੀ ਅਣਹੋਂਦ ਵਿੱਚ ਸਾਡੇ ਗੁਆਂਢੀ ਪ੍ਰੇਮ ਸਹਾਇ ਜੀ ਦੀ ਪਤਨੀ ਮੇਰੇ ਨਾਲ ਬੜਾ ਪਿਆਰ ਕਰਦੀ ਸੀ। ਉਹਨਾਂ ਦੀ ਲੜਕੀ ਲੀਲਾ, ਜੋ ਮੇਰੇ ਕੋਲੋਂ 3 ਵਰ੍ਹੇ ਛੋਟੀ ਸੀ, ਮੇਰੇ ਨਾਲ ਬਚਪਨ 'ਚ ਖੇਡਦੀ ਸੀ। ਬਚਪਨ ਤੋਂ ਹੀ ਸਾਡਾ ਆਪੋ 'ਚ ਬੜਾ ਪਿਆਰ ਸੀ, ਪਰ ਜਵਾਨੀ 'ਚ ਪੈਰ ਧਰਦਿਆਂ ਇਸ ਪਿਆਰ 'ਚ ਇੱਕ ਅਨੁਪਮ ਪਰਿਵਰਤਨ ਆਇਆ, ਜਿਸ ਸਾਡੀ ਦੁਨੀਆ ਨੂੰ ਸੁਨਹਿਰੀ ਆਸਾਂ ਨਾਲ ਰੰਗ ਦੇਣ ਦਾ ਝੋਲਾ ਦਿਖਾਇਆ। ਉਹਨਾਂ ਦਿਨਾਂ 'ਚ ਪਿਤਾ ਜੀ ਨੂੰ ਰੂੰ ਦੇ ਸਿੱਟੇ 'ਚ ਬੜਾ ਘਾਟਾ ਪਿਆ ਤੇ ਉਹਨਾਂ ਦੀ ਸਾਰੀ ਆਪਣੀ ਬਣਾਈ ਜਾਇਦਾਦ ਉੱਜੜ ਗਈ। ਗਲੀ ਵਾਲਾ ਮਕਾਨ ਜੱਦੀ ਹੋਣ ਕਰਕੇ ਬਚ ਗਿਆ, ਪਰ ਪਿਤਾ ਜੀ ਬੁੱਢੇ ਵਾਰੇ ਇਹ ਸੱਟ ਨਾ ਸਹਾਰ ਸਕੇ ਤੇ ਕਾਲਵਸ ਹੋ ਗਏ।
ਧਨ ਦੇ ਨਾਸ ਤੇ ਪਿਤਾ ਦੀ ਮੌਤ ਨੇ ਲੀਲਾ ਦੇ ਮਾਤਾ ਪਿਤਾ ਦੇ ਖਿਆਲ ਬਦਲਾ ਦਿੱਤੇ, ਪਰ ਲੀਲਾ ਆਪਣੇ ਖਿਆਲਾਂ ਤੇ ਅੜੀ ਰਹੀ। ਜਵਾਨੀ ਦੇ ਆਲਮ ਵਿੱਚ ਮੇਰਾ ਆਪਣੇ ਆਪ ਤੇ ਬੜਾ ਕਾਬੂ ਸੀ। ਇੱਕ ਵਾਰੀ ਮੈਂ ਲੀਲਾ ਨੂੰ ਕਾਲਜੋਂ ਵਾਪਸ ਆ ਕੇ ਮਿਲਿਆ ਤੇ ਆਖਿਆ ਕਿ ਮੈਂ ਘਰ ਗਹਿਣੇ ਰੱਖ ਦੇਣ ਦਾ ਫੈਸਲਾ ਕੀਤਾ। ਅਸੀਂ ਹੁਣ ਬਾਲਗ ਹਾਂ ਤੇ ਆਓ ਅਸੀਂ ਨੱਸ ਚਲੀਏ। ਲੀਲਾ ਨੇ ਇਸ ਗੱਲ ਤੇ ਬੜਾ ਗੁੱਸਾ ਕੀਤਾ। ਉਹਦੀ ਸ਼ਕਲ ਤੋਂ ਮੈਨੂੰ ਉਸ ਵੇਲੇ ਇਉਂ ਜਾਪਿਆ ਜਿਵੇਂ ਉਹ ਮੈਨੂੰ ਹਮੇਸ਼ਾ ਲਈ ਨਫ਼ਰਤ ਕਰਨ ਲੱਗ ਪਏਗੀ। ਪਰ ਗੱਲ ਇਉਂ ਨਾ ਹੋਈ। ਉਸੇ ਦਿਨ ਆਪਣੇ ਮਾਤਾ ਜੀ ਨੂੰ ਜਾ ਕੇ ਕਿਹਾ ਕਿ ਮੇਰੇ ਮਨ ਦਾ ਸੰਕਲਪ ਬੜੇ ਚਿਰ ਤੋਂ ਉਹਨਾਂ ਨਾਲ ਸ਼ਾਦੀ ਕਰਨ ਦਾ ਹੈ, ਤੁਸੀਂ ਖਿਆਲ ਰੱਖਣਾ। ਮਾਤਾ ਬੜੇ ਗੁੱਸੇ 'ਚ ਆਈ ਤੇ ਆਖਿਆ ਕਿ ਉਸ ਭਿੱਖ ਮੰਗੇ ਨਾਲ। ਲੀਲਾ ਨੇ ਕਿਹਾ, ਮਾਤਾ ਜੀ ਅੱਜ ਕੱਲ੍ਹ ਦੇ ਲੋਕਾਂ ਦੇ ਖਿਆਲ ਕਿਸੇ ਦੀ ਪੈਸੇ ਦੀ ਕਮੀ ਦੇਖ ਕੇ ਕਿਉਂ ਬਦਲ ਜਾਂਦੇ ਆ? ਅੱਗੇ ਤਾਂ ਤੁਹਾਡਾ ਕਦੇ ਇਹੋ ਜਿਹਾ ਖਿਆਲ ਨਹੀਂ ਸੀ। ਲੀਲਾ ਦੀ ਮਾਂ ਨੇ ਕਿਹਾ, ਨਹੀਂ ਸਿਰ ਸੜੀਏ, ਤੇਰੇ ਕੋਲੋਂ ਇਹੋ ਜਿਹੀਆਂ ਗੱਲਾਂ ਸੁਣਨ ਵਾਸਤੇ ਅਸੀਂ ਤੈਨੂੰ ਪੜ੍ਹਾਇਆ। ਮੁੱਕਦੀ ਗੱਲ। ਲੀਲਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਹੋਰ ਤੇ ਸ਼ਾਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਮਰ ਜਾਵਾਂਗੀ। ਲੀਲਾ ਦੇ ਮਾਤਾ ਪਿਤਾ ਨੇ ਉਹਦੀ ਰਾਖੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਹਦੀ ਕੁੜਮਾਈ ਚੋਰੀ ਚੋਰੀ ਕਰ ਦਿੱਤੀ ਗਈ। ਆਖਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਕੱਲ ਲੀਲਾ ਦੀ ਸ਼ਾਦੀ ਹੈ। ਸ਼ਾਦੀ ਵਾਲੇ ਦਿਨ ਮੈਂ ਆਪਣਾ ਘਰ ਛੱਡ ਕੇ ਤੁਰ ਜਾਣਾ ਚਾਹੁੰਦਾ ਸੀ ਤੇ ਮੈਂ ਤੁਰ ਵੀ ਪਿਆ। ਬਾਹਰ ਆ ਕੇ ਮੇਰੇ ਦਿਲ 'ਚ ਖਿਆਲ ਆਇਆ ਕਿ ਮੈਂ ਬੁਜ਼ਦਿਲ ਹਾਂ। ਮੈਂ ਉਸੇ ਵੇਲੇ ਜੰਝ ਦੀ ਸੇਵਾ ਆਦਿ ਕਰਨ ਲਈ ਮੁੜਿਆ। ਗਲੀ 'ਚ ਰੌਲਾ ਪਿਆ ਹੋਇਆ ਸੀ ਕਿ ਲੀਲਾ ਮਰ ਗਈ। ਲੀਲਾ ਦੇ ਘਰ ਰੋਣਾ ਪਿੱਟਣਾ ਪਿਆ ਹੋਇਆ ਸੀ। ਮੈਂ ਆਪਣੇ ਅੰਦਰ ਵੜ ਕੇ ਸੁੰਨ ਮੁੰਨ ਜਿਹਾ ਹੋ ਗਿਆ। ਰਾਤ ਮੈਨੂੰ ਨੀਂਦ ਆ ਗਈ। 9 ਵਜੇ ਪੁਲਿਸ ਨੇ ਮੈਨੂੰ ਆ ਜਗਾਇਆ। ਥਾਣੇ ਲਿਜਾ ਕੇ ਮੇਰੇ ਤੇ ਸਵਾਲ ਕੀਤੇ ਗਏ। ਡਰਾਇਆ ਧਮਕਾਇਆ ਵੀ ਗਿਆ। ਸ਼ਾਮੀ ਥਾਣੇ ਪਤਾ ਪਹੁੰਚਾ ਕਿ ਪੋਸਟਮਾਰਟਮ ਨਾਲ ਲੀਲਾ ਦੇ ਅੰਦਰ ਕੋਈ ਜ਼ਹਿਰ ਸਾਬਤ ਨਹੀਂ ਹੋਈ ਤੇ ਨਾ ਹੀ ਕੋਈ ਤਸ਼ੱਦਦ ਦਾ ਨਿਸ਼ਾਨ। ਸੋ ਮੈਨੂੰ ਛੱਡ ਦਿੱਤਾ ਗਿਆ ਤੇ ਮੈਂ ਲਾਹੌਰੋਂ ਨਿਕਲ ਤੁਰਿਆ ਤੇ ਮੁੜ ਕਦੇ ਉੱਥੇ ਨਹੀਂ ਗਿਆ। ਮੈਂ ਇਕੱਲਾ ਰਹਿੰਦਾ, ਟਿਊਸ਼ਨਾਂ ਪੜ੍ਹਾਉਂਦਾ। ਇਹੋ ਨਜ਼ਮ ਮੈਂ ਲੀਲਾ ਨੂੰ ਇੱਕ ਵਾਰ ਪੜ੍ਹਾਈ ਸੀ। ਮੈਂ ਕਾਤਲ ਹਾਂ, ਮੈਂ ਅਗਵਾ ਕਰਨ ਵਾਲਾ ਹਾਂ, ਮੈਂ ਬੁਰੇ ਤੋਂ ਬੁਰਾ ਆਦਮੀ ਹਾਂ। ਕਿਉਂ, ਤੁਹਾਡਾ ਕੀ ਖਿਆਲ ਹੈ? ਤੇ ਉਹ ਰੋ ਰਿਹਾ ਸੀ। ਉਸ ਕੁੜੀ ਨੇ ਰੁਮਾਲ ਨਾਲ ਅੱਖਾਂ ਪੂੰਝਦਿਆਂ ਕਿਹਾ, ਤੁਸੀਂ ਬੜੇ ਚੰਗੇ ਆਦਮੀ ਹੋ। ਕਾਤਲ ਲੀਲਾ ਦੇ ਮਾਪੇ ਹਨ। ਨਹੀਂ, ਤੁਸੀਂ ਮੇਰੀ ਰਹੀ ਕਰ ਦਿਓ, ਮਾਸਟਰ ਨੇ ਆਪਣਤ ਨਾਲ ਕਿਹਾ। ਅੱਛਾ ਤੁਸੀਂ ਦੱਸੋ, ਕੁੜੀ ਨੇ ਕਿਹਾ, ਤੁਹਾਡਾ ਮਕਾਨ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਸੀ। ਕੀ ਤੁਹਾਡੇ ਮਕਾਨ ਦੀ ਦੂਸਰੀ ਛੱਤ ਤੇ ਸਾਹਮਣੇ ਚੁਬਾਰੇ ਦੀਆਂ 3 ਬਾਰੀਆਂ ਵੱਧ ਕੇ ਪੱਛਮ ਵੱਲ ਖੁੱਲ੍ਹਦੀਆਂ ਸਨ? ਕੀ ਬਾਰੀਆਂ ਦੇ ਫੱਟੇ ਉਤਾਂਹ ਨੂੰ ਚੁੱਕੇ ਜਾਂਦੇ ਸਨ? ਕੀ ਗਲੀ ਦਾ ਮੂੰਹ ਦੱਖਣ ਵੱਲ ਸੀ? ਤੇਜ਼ੀ ਨਾਲ ਕੀਤੇ ਗਏ ਸਾਰਿਆਂ ਸਵਾਲਾਂ ਦਾ ਜਵਾਬ ਮਾਸਟਰ ਨੇ ਹਾਂ 'ਚ ਦੇ ਕੇ ਪੁੱਛਿਆ, ਕੀ ਤੁਸੀਂ ਉੱਥੇ ਕਦੇ ਗਏ ਸੀ? ਨਹੀਂ, ਮੈਂ ਲਾਹੌਰ ਕਦੀ ਨਹੀਂ ਗਈ। ਫਿਰ ਤੁਸੀਂ ਉਹ ਗੱਲਾਂ ਕਿਵੇਂ ਦੱਸੀਆਂ ਨੇ? ਮੈਂ ਤੁਹਾਨੂੰ ਵੀ ਪਛਾਣਦੀ ਹਾਂ, ਤੁਸੀਂ ਉਦੋਂ ਦਾੜੀ ਸ਼ੇਵ ਕਰਦੇ ਸੀ। ਮਾਸਟਰ ਆਪਣੀ ਦਾੜੀ ਫੜ ਕੇ ਹੈਰਾਨ ਹੋ ਕੇ ਖੜੋ ਗਿਆ। ਕੁੜੀ ਨੇ ਫੇਰ ਆਖਣਾ ਸ਼ੁਰੂ ਕੀਤਾ, ਲੀਲਾ ਦੇ ਬਚਪਨ 'ਚ ਤੁਹਾਡੀ ਲੱਤ ਵਿੱਚ ਡੰਕ ਦੀ ਨਿੱਬ ਖਬੋ ਦਿੱਤੀ ਸੀ, ਜਿਹਦੀ ਮਾਫੀ ਉਹ ਵੱਡੀ ਹੋ ਕੇ ਬਹੁਤ ਵਾਰ ਮੰਗਿਆ ਕਰਦੀ ਸੀ। ਮਾਸਟਰ ਨੇ ਪਹਿਲੋਂ ਆਪਣਾ ਚੌੜਾ ਪਜਾਮਾ ਚੁੱਕ ਕੇ ਆਪਣੇ ਜ਼ਖਮ ਵੱਲ ਦੇਖਿਆ, ਫਿਰ ਕੁੜੀ ਦੇ ਚਿਹਰੇ ਵੱਲ। ਉਹ ਚਿਹਰੇ ਤੋਂ 16-17 ਸਾਲ ਦੀ ਜਾਪਦੀ ਸੀ। ਕੁਝ ਦਿਨ ਹੋਏ ਉਹਨੇ ਉਹਦੀ ਮੈਟ੍ਰਿਕ ਦੀ ਸਨਦ ਦੇਖੀ ਸੀ। ਜਨਮ ਦੀ ਤਰੀਕ ਮੁਜਬ ਹਾਲੀ ਉਹ ਪੂਰੀ 17 ਦੀ ਨਹੀਂ ਹੋਈ ਸੀ। ਕੁੜੀ ਨੇ ਫੇਰ ਕਹਿਣਾ ਸ਼ੁਰੂ ਕੀਤਾ, ਹੁਣ ਮੈਂ ਤੁਹਾਡਾ ਕਹਿਣਾ ਨਹੀਂ ਮੋੜਾਂਗੀ, ਮੈਨੂੰ ਲੈ ਚੱਲੋ, ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਾਂਗੀ। ਤੁਸੀਂ ਬੜੀ ਤਪੱਸਿਆ ਕੀਤੀ ਹੈ, ਚਲੋ ਹੁਣੇ ਚੱਲੀਏ। ਪਿਤਾ ਜੀ ਅੱਜ ਘਰ ਨਹੀਂ। ਮਾਸਟਰ ਦੀ ਦਾੜੀ 'ਚ ਭਾਵੇਂ ਕੋਈ ਚਿੱਟਾ ਵਾਲ ਨਹੀਂ ਸੀ, ਪਰ ਉਹ ਬੁਢਾਪੇ ਦੇ ਹੋਰ ਨਿਸ਼ਾਨ ਅਕਸਰ ਸ਼ੀਸ਼ੇ 'ਚ ਦੇਖਿਆ ਕਰਦਾ ਸੀ। ਆਖਰ ਉਹ ਬੋਲਿਆ, ਮੈਨੂੰ ਪਤਾ ਹੈ ਕਿ ਮੈਂ ਭੁੱਖਾ ਮਰ ਜਾਵਾਂਗਾ, ਪਰ ਫਿਰ ਵੀ ਮੈਂ ਤੁਹਾਡੀ ਟਿਊਸ਼ਨ ਨਹੀਂ ਪੜ੍ਹਾ ਸਕਦਾ। ਮੇਰੀ ਸਾਲਾਂ ਦੀ ਬਣੀ ਇੱਜ਼ਤ ਤੁਸੀਂ ਤਬਾਹ ਕਰਨੀ ਚਾਹੁੰਦੇ ਹੋ ਤੇ ਰੋਟੀਓਂ ਆਤਰ ਮਾਰਨਾ ਚਾਹੁੰਦੇ ਹੋ। ਉਦੋਂ ਮੇਰੀ ਇੱਜ਼ਤ ਪਿਆਰ ਦੇ ਰਾਹ 'ਚ ਰੋਕ ਬਣੀ। ਹੁਣ ਉਹ ਬਿਮਾਰੀ ਤੁਹਾਨੂੰ ਆ ਚੰਬੜੀ ਹੈ। ਮੈਂ ਇਸ ਜਨਮ 'ਚ ਕਦੇ ਨਾਕਾਮ ਨਹੀਂ ਹੋਣਾ ਚਾਹੁੰਦੀ। ਕਿਹਾ ਜਨਮ? ਕੌਣ ਜਨਮ? ਕਿਹਦਾ ਜਨਮ? ਕਰਦਾ ਕਰਦਾ ਮਾਸਟਰ ਉੱਠਿਆ ਤੇ ਪਾਗਲਾਂ ਵਾਂਗ ਬਾਹਰ ਤੁਰ ਪਿਆ। ਕੁੜੀ ਦੀ ਸਾਰੀ ਰਾਤ ਤਰਲੋ ਮੱਛੀ ਹੋ ਕੇ ਬੀਤੀ। ਸਵੇਰੇ ਉਹ ਕਾਲਜ ਨਾ ਗਈ। ਮਾਸਟਰ ਹੋਰੀ ਵਕਤ ਸਿਰ ਨਾ ਬੌੜੇ। ਸੇਠ ਸਾਹਿਬ ਸ਼ਾਮੀ ਕਲਕੱਤਿਓਂ ਆ ਗਏ। ਕੁੜੀ ਨੇ ਆਪਣੇ ਪਿਤਾ ਕੋਲ ਪਿਆਰ ਨਾਲ ਮਾਸਟਰ ਦਾ ਪਤਾ ਪੁੱਛ ਲਿਆ। ਉਸੇ ਵੇਲੇ ਕਾਰ ਲੈ ਕੇ ਆਪ ਡਰਾਈਵ ਕਰਦੀ ਉਹ ਮਾਸਟਰ ਦੇ ਘਰ ਪਹੁੰਚੀ। ਘਰ ਵਾਲਿਆਂ ਕੋਲੋਂ ਪਤਾ ਲੱਗਿਆ। ਉਹਨਾਂ ਕਿਹਾ ਕਿ ਕੱਲ੍ਹ ਸ਼ਾਮ ਦੇ ਬਿਮਾਰ ਸਨ, ਹੁਣ ਤੱਕ ਕੁਝ ਖਾਤਾ ਪੀਤਾ ਨਹੀਂ ਸੀ, ਅੱਜ ਤੇ ਪੜ੍ਹਾਉਣ ਵੀ ਨਹੀਂ ਸਨ ਗਏ। ਹੁਣ ਸਾਡਾ ਕਿਰਾਇਆ 6 ਦਿਨ ਪਹਿਲਾਂ ਹੀ ਅਦਾ ਕਰਕੇ ਥੱਲੇ ਉਤਰੇ ਨੇ। ਬੜੇ ਭਲੇ ਪੁਰਸ਼ ਨੇ ਉਹ, ਉਹਨਾਂ ਦੇ ਦੋਵੇਂ ਕਮਰੇ ਨੇ। ਕੁੜੀ ਨੇ ਹੋਰ ਕੁਝ ਨਾ ਸੁਣਿਆ, ਥੱਲੇ ਉਤਰੀ। ਗਲੀ ਦੇ ਬੂਹੇ ਉਤਲੀ ਦੁਕਾਨ ਤੋਂ ਪੁੱਛਿਆ। ਦੁਕਾਨ ਵਾਲੇ ਨੇ ਕਿਹਾ,
ਅਕਸਰ ਇਸ ਵੇਲੇ ਜਮਨਾ ਸੈਰ ਕਰਨ ਨਿਕਲ ਜਾਇਆ ਕਰਦੇ ਨੇ। ਇੱਕ ਹੋਰ ਆਦਮੀ ਕਹਿਣ ਲੱਗਾ, ਕਿਹਨੂੰ ਲੱਭਦੇ ਨੇ? ਮਾਸਟਰ ਸਾਹਿਬ ਨੂੰ। ਉਹ ਟਾਂਗੇ ਤੇ ਮੈਨੂੰ ਜਮਨਾ ਵਾਲੀ ਸੜਕ ਤੇ ਮਿਲੇ ਸੀ, ਕੋਈ ਅੱਧਾ ਘੰਟਾ ਹੋ ਗਿਆ। ਤੀਵੀਆਂ ਦਾ ਹੁਣੇ ਵੀ ਅੱਧੇ ਘੰਟੇ ਦਾ ਹੁੰਦਾ। ਕਹਿੰਦੀ ਕਹਿੰਦੀ ਕਾਰ 'ਚ ਜਾ ਬੈਠੀ, ਸਟਾਰਟ ਕਰਕੇ ਉਹਨੂੰ ਚਾਲੇ ਪਾ ਕੇ ਟੌਪ ਸਪੀਡ ਤੇ ਦੌੜਾਉਣਾ ਸ਼ੁਰੂ ਕੀਤਾ। ਮਿੰਟਾਂ 'ਚੋਂ ਜਮਨਾ ਘਾਟ ਤੇ ਪਹੁੰਚੀ। ਆਪਣੇ ਬੂਟ ਕਾਰ 'ਚ ਲਾ ਕੇ ਉਹ ਪੌੜੀਆਂ ਉਤਰਦੀ ਪਾਣੀ ਦੀ ਸਤ੍ਹਾ ਤੱਕ ਪਹੁੰਚੀ। ਦੂਜ ਦੇ ਚੰਦ ਦਾ ਬੇਮਲੂਮ ਚਾਨਣ ਬੱਦਲਾਂ ਦੇ ਟੋਟਿਆਂ 'ਚ ਗੁੰਮ ਹੁੰਦਾ ਜਾਂਦਾ ਸੀ। ਇੱਕ ਪੌੜੀ ਤੇ ਮਾਸਟਰ ਦੇ ਕੱਪੜੇ ਪਏ ਸਨ। ਇੱਕ ਬੰਦਾ ਪਾਣੀ 'ਚੋਂ ਨਿਕਲਿਆ। ਕੁੜੀ ਨੂੰ ਮਾਸਟਰ ਦਾ ਭੁਲੇਖਾ ਪਿਆ, ਪਰ ਝੱਟ ਹੀ ਕੋਈ ਹੋਰ ਸਾਬਤ ਹੋਇਆ। ਕੁੜੀ ਨੇ ਉਹਨੂੰ ਪੁੱਛਿਆ, ਇਹਨਾਂ ਕੱਪੜਿਆਂ ਵਾਲਾ ਕਿੱਥੇ ਹੈ? ਹੁਣੇ ਤੇ ਉਹਨੇ ਮੇਰੇ ਨਾਲ ਚੁੱਭੀ ਮਾਰੀ ਸੀ, ਉਸ ਬੁੱਢੇ ਪੰਡਤ ਨੇ ਠਰੂ ਠਰੂ ਕਰਦਿਆਂ ਕਿਹਾ, ਜੋ ਮੰਦਰ ਦੀ ਪੂਜਾ ਲਈ ਹਾੜ ਸਿਆਲ ਨਿੱਤ ਇਸ ਵੇਲੇ ਨਹਾਇਆ ਕਰਦਾ ਸੀ। ਕੁੜੀ ਉਡੀਕਦੀ ਰਹੀ, ਕੋਈ ਬਾਹਰ ਨਾ ਆਇਆ। ਆਖਰ ਕੁੜੀ ਦੀਆਂ ਚੀਕਾਂ ਨਿਕਲ ਗਈਆਂ। ਲੋਕੀ ਇਕੱਠੇ ਹੋ ਗਏ। ਸੇਠ ਸਾਹਿਬ ਨੂੰ ਸੱਦ ਕੇ ਲਿਆਂਦਾ ਗਿਆ, ਪਰ ਕੁੜੀ ਰੋਈ ਜਾ ਰਹੀ ਸੀ। ਸੇਠ ਲਈ ਮਾਸਟਰ ਦੀ ਮੌਤ ਮਾਮੂਲੀ ਗੱਲ ਸੀ, ਪਰ ਧੀ ਪਲ ਪਲ ਪਿੱਛੋਂ ਬੇਹੋਸ਼ ਹੋਈ ਜਾਂਦੀ ਸੀ। ਧੀ ਦੀ ਜਾਨ ਦੀ ਸੁੱਖ ਲਈ ਹਜ਼ਾਰਾਂ ਰੁਪਏ ਮਾਸਟਰ ਦੀ ਲਾਸ਼ ਲੱਭਣ ਲਈ ਖਰਚ ਕੀਤੇ ਗਏ, ਪਰ ਲਾਸ਼ ਨਾ ਲੱਭੀ। ਪ੍ਰੋਫੈਸਰ ਚੁੱਪ ਹੋ ਗਿਆ ਤੇ ਥੋੜੇ ਚਿਰ ਮਗਰੋਂ ਬੋਲਿਆ, ਇਹ ਕਹਾਣੀ ਮੈਂ ਇਕੱਲਾ ਕਦੀ ਨਹੀਂ ਸੀ ਲਿਖ ਸਕਦਾ। ਇਹ ਕਿਸੇ ਦੀ ਮਦਦ ਨਾਲ ਕੱਲ੍ਹ ਲਿਖੀ ਗਈ ਹੈ। ਕੀ ਕਹਾਣੀ ਖਤਮ ਹੋ ਗਈ? ਉਸ ਕੁੜੀ ਨੇ ਉੱਠ ਕੇ ਕਿਹਾ, ਜੋ ਪਰਸੋਂ ਉਸ ਹਿੰਦੁਸਤਾਨੀ ਕੁੜੀ ਬਾਰੇ ਮੁੰਡਿਆਂ ਕੁੜੀਆਂ ਨੂੰ ਕੁਝ ਦੱਸ ਰਹੀ ਸੀ। ਹਾਂ, ਪ੍ਰੋਫੈਸਰ ਨੇ ਜ਼ੋਰ ਨਾਲ ਕਿਹਾ। ਮੈਂ ਕਦੇ ਨਹੀਂ ਮੰਨ ਸਕਦੀ। ਕਹਾਣੀ ਆਪਣੇ ਅੰਤ ਦੀ ਮੰਗ ਕਰਦੀ ਹੈ। ਇਹ ਛੋਟੀ ਕਹਾਣੀ ਹੈ, ਇਹਦਾ ਅੰਤ ਇਹੋ ਜਿਹਾ ਹੀ ਹੁੰਦਾ ਹੈ ਕੁਮਾਰੀ। ਜਨਤਾ ਵਿੱਚੋਂ ਇੱਕ ਮਸ਼ਹੂਰ ਮਹਾਪੁਰਸ਼ ਨੇ ਉੱਠ ਕੇ ਕਿਹਾ, ਪ੍ਰੋਫੈਸਰ ਸਾਹਿਬ, ਵਾਸਤਵਿਕਤਾ ਅਗਲੇ ਹਿੱਸੇ ਦੀ ਮੰਗ ਕਰਦੀ ਹੈ। ਤੇ ਉਹਨੇ ਪ੍ਰੋਫੈਸਰ ਵੱਲ ਭੇਦ ਭਰੀ ਨਜ਼ਰ ਨਾਲ ਵੇਖਿਆ। ਪ੍ਰੋਫੈਸਰ ਨੇ ਕਿਹਾ, ਤੁਸੀਂ ਮੇਰੇ ਅਸਤੀਫੇ ਦਾ ਕਾਰਨ ਪੁੱਛ ਕੇ ਹੀ ਛੱਡੋਗੇ? ਅੱਛਾ, ਬਾਕੀ ਦੀ ਕਹਾਣੀ ਕੱਲ ਪਹਿਲੀ ਟਰਮ ਦੇ ਵਿਦਿਆਰਥੀਆਂ ਨੇ ਕਲਾਸ 'ਚ ਐਕਟ ਹੁੰਦੀ ਦੇਖੀ ਹੈ ਤੇ ਮੈਂ ਕਵਿਤਾ ਕੁਮਾਰੀ ਨਾਲ ਹਿੰਦੁਸਤਾਨ ਜਾ ਰਿਹਾ। ਹਾਲ ਤੌੜੀਆਂ ਨਾਲ ਗੂੰਜ ਉੱਠਿਆ। ਧੰਨਵਾਦ। ਕਹਾਣੀ ਹੈ ਚਿੱਠੀ ਦੀ ਉਡੀਕ। ਹਾਲੀ ਤੱਕ ਚਿੱਠੀ ਰਸਾਨ ਨਹੀਂ ਆਇਆ। ਕੰਬਖਤ, ਪਤਾ ਨਹੀਂ ਕਿਹੋ ਜਿਹੇ ਆਦਮੀ ਲਾ ਦਿੰਦੇ ਨੇ ਪੋਸਟਮੈਨ, ਜਿਨ੍ਹਾਂ ਨੂੰ ਵਕਤ ਸਿਰ ਚਿੱਠੀ ਪਹੁੰਚਾਉਣੀ ਵੀ ਨਹੀਂ ਆਉਂਦੀ। ਇਹ ਲੋਕ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਨਹੀਂ ਕਰਦੇ। ਵਲੈਤ ਦੇ ਚਿੱਠੀ ਰਸਾਨ ਕਿੱਡੇ ਸਿਆਣੇ ਹਨ। ਪਤੇ ਦੀ ਥਾਂ ਪਤੇ ਵਾਲੇ ਦੀ ਫੋਟੋ ਲਿਫਾਫੇ ਤੇ ਲਾ ਦਿਓ, ਸ਼ਹਿਰ ਦਾ ਨਾਂ ਲਿਖ ਦਿਓ, ਵਕਤ ਸਿਰ ਡਾਕ ਪਹੁੰਚ ਜਾਏਗੀ। ਅਸਲ 'ਚ ਡਾਕ ਦਾ ਮਹਿਕਮਾ ਬੜਾ ਕੰਮ ਦਾ ਮਹਿਕਮਾ ਹੈ। ਜਦ ਡਾਕ ਨਹੀਂ ਸੀ ਹੁੰਦੀ, ਚਿੱਠੀਆਂ ਰਾਹੀਂ ਮੁਲਾਕਾਤਾਂ ਨਾਮੁਮਕਿਨ ਸਨ। ਡਾਕਖਾਨੇ ਦਾ ਪ੍ਰਬੰਧ ਕਮਾਲ ਹੈ। ਕਿਸ ਤਰ੍ਹਾਂ ਡਾਕ ਬਾਬੂ ਆਪੋ ਆਪਣੇ ਕੰਮਾਂ ਤੇ ਸ਼ਹਿਦ ਦੀਆਂ ਮੱਖੀਆਂ ਵਾਂਗ ਲੱਗੇ ਹੁੰਦੇ ਹਨ। ਇਹ ਮਹਿਕਮਾ ਪਿੰਡ ਪਿੰਡ 'ਚ ਫੈਲਿਆ ਹੋਇਆ ਹੈ। ਪੋਸਟਮੈਨ ਵੀ ਕਿੱਡੇ ਚੰਗੇ ਹੁੰਦੇ ਨੇ, ਸਾਡੀਆਂ ਚਿੱਠੀਆਂ ਸਾਨੂੰ ਪਹੁੰਚਾ ਦਿੰਦੇ ਨੇ। ਅੱਗੇ ਪਿੱਛੇ ਦੀ ਕੀ ਗੱਲ, ਚਿੱਠੀਆਂ ਬਹੁਤੀਆਂ ਹੋਈਆਂ, ਜ਼ਰਾ ਦੇਰ ਲੱਗ ਗਈ। ਥੋੜ੍ਹੀਆਂ ਹੋਈਆਂ, ਛੇਤੀ ਆ ਗਏ। ਕਾਰਡ ਲਿਫਾਫਾ ਕਿਹੜਾ ਰਜਿਸਟਰ ਹੋਇਆ ਹੁੰਦਾ? ਜੇ ਨਾ ਪਹੁੰਚਾਣ ਤਾਂ ਅਸੀਂ ਕੀ ਕਰ ਸਕਦੇ ਹਾਂ? ਬੜੇ ਦਿਆਨਤਦਾਰ ਹੁੰਦੇ ਨੇ। ਪਰ ਮੇਰੀ ਚਿੱਠੀ ਕਿਉਂ ਨਹੀਂ ਆਈ ਹਾਲੇ ਤੱਕ? ਚਿੱਠੀ ਕੱਲ੍ਹ ਪਹੁੰਚਣੀ ਚਾਹੀਦੀ ਸੀ। ਅੱਛਾ, ਅੱਜ ਹੀ ਆ ਜਾਂਦੀ। ਅੱਜ ਜ਼ਰੂਰ ਹੀ ਆ ਜਾਏਗੀ। ਪਹਿਲੀ ਡਾਕ 9 ਵਜੇ ਆਉਂਦੀ ਹੈ, ਹੁਣ 11 ਵੱਜਣ 'ਚ 3 ਮਿੰਟ ਹਨ। ਮੈਂ ਦਫ਼ਤਰ ਜਾਣੋਂ ਕਿਉਂ ਬੈਠਾ? ਮੂਰਖ, ਅੱਜ ਤਾਂ ਐਤਵਾਰ ਹੈ। ਜੇ ਕੋਈ ਮੇਰੀ ਮੂਰਖਤਾ ਸੁਣੇ ਤਾਂ ਕੀ ਆਖੇ। ਤਾਂ ਹੀ ਤਾਂ ਪੋਸਟਮੈਨ ਹਾਲੀ ਤੱਕ ਨਹੀਂ ਆਇਆ। ਐਤਵਾਰ ਇੱਕੋ ਡਾਕ ਆਉਂਦੀ ਹੈ ਨਾ, 11 ਵਜੇ। ਵਕਤ ਸਿਰ ਜ਼ਰੂਰ ਡਾਕੀਆ ਆ ਜਾਏਗਾ। ਪਰਸੋਂ ਚਿੱਠੀ ਲਿਖੀ ਹੋਏਗੀ ਸੋਭਾ ਨੇ। ਸੋਭਾ ਭਲਾ ਕੀ ਨਾਂ ਹੋਇਆ? ਸੁਭੱਦਰਾ। ਸੁਭੱਦਰਾ ਕ੍ਰਿਸ਼ਨ ਜੀ ਦੀ ਭੈਣ, ਅਰਜਨ ਦੀ ਦੂਜੀ ਸੁਪਤਨੀ। ਅਰਜਨ ਕਿੱਡਾ ਬਲੀ ਸੀ ਤੇ ਆਹਾ ਕਿੱਡਾ ਤੀਰ ਅੰਦਾਜ਼, ਪਰ ਮੈਂ ਅਰਜਨ ਨਹੀਂ। ਸੋਭਾ ਸੁਭੱਦਰਾ ਨਹੀਂ। ਮੈਂ ਸੋਭਾ ਨੂੰ ਵਿਆਹ ਕੇ ਲਿਆਂਦਾ ਹੈ, ਅਰਜਨ ਵਾਂਗ ਕੱਢ ਕੇ ਨਹੀਂ। ਅਰਜਨ ਤੇ ਸੁਭੱਦਰਾ ਦਾ ਪਿਆਰ ਪਹਿਲੋਂ ਜ਼ਰੂਰ ਹੋਏਗਾ, ਪਰ ਅਸੀਂ ਇੱਕ ਦੂਜੇ ਨੂੰ ਜਾਣਨਾ ਤੇ ਕਿਤੇ ਰਿਹਾ ਸ਼ਕਲ ਦੇ ਵਾਕਫ ਵੀ ਨਹੀਂ ਸੀ। ਪਿਆਰ ਤੋਂ ਬਿਨਾਂ ਕੌਣ ਕਿਸੇ ਨਾਲ ਨਿਕਲਦਾ ਹੈ? ਵਿਸ਼ੇ ਵਾਸ਼ਨਾ ਤਾਂ ਖੁਦਗਰਜ਼ੀ ਹੁੰਦੀ ਹੈ ਦੋਹਾਂ ਪਾਸਿਆਂ ਦੀ। ਕਿੱਡੇ ਘਟੀਆ ਆਦਮੀ ਹਨ ਜੋ ਇਸ ਵਾਸਤੇ ਨਿਕਲ ਤੁਰਦੇ ਹਨ। ਪਿਆਰ, ਪਿਆਰ ਇਹ ਇੱਕ ਸਵਰਗੀ ਸ਼ੈ ਹੈ, ਸਾਰਿਆਂ ਜਜ਼ਬਿਆਂ ਦਾ ਮੁੱਢ, ਉੱਚੇ ਖਿਆਲਾਂ ਦਾ ਸੰਚਾਲਕ। ਮੈਂ ਵੀ ਤਾਂ ਸੋਭਾ ਨੂੰ ਪਿਆਰ ਕਰਦਾ ਤੇ ਉਹ ਵੀ, ਪਰ ਉਸ ਕਦੇ ਮੂੰਹ ਤੇ ਨਹੀਂ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਪਰ ਉਹ ਪਿਆਰ ਜ਼ਰੂਰ ਕਰਦੀ ਹੈ। ਕੀ ਹੋਇਆ ਜੇ ਉਹ ਕਹਿੰਦੀ ਨਹੀਂ? ਕਹਿਣ ਕੋਲੋਂ ਕਰਨਾ ਕਿਤੇ ਵੱਧ ਹੈ ਕਿ? ਪਰ ਦੂਜੇ ਪਾਸੇ ਕਹਿੰਦੇ ਹਨ ਕਿ ਸਾਹਿਤਿਕ ਅਵਸਥਾ ਦਾ ਮਨ 'ਚ ਪੈਦਾ ਹੋਣਾ ਸਾਹਿਤ ਨਹੀਂ, ਉਹਦਾ ਪ੍ਰਕਾਸ਼ ਵੀ ਹੋਣਾ ਚਾਹੀਦਾ ਹੈ। ਉਹ ਪਿਆਰ ਕੀ ਹੋਇਆ ਜੋ ਸ਼ਬਦਾਂ 'ਚ ਜ਼ਾਹਰ ਨਹੀਂ ਹੁੰਦਾ? ਸੁਰਮੇ ਨਾਲ ਸਜੀ ਅੱਖ ਕਿਸ ਕੰਮ ਜੇ ਮਟਕਾਉਣੀ ਨਾ ਆਈ?
ਫਿਰ ਮੈਂ ਕਿਹਨਾਂ ਖਿਆਲਾਂ 'ਚ ਪੈ ਗਿਆ। ਮੈਂ ਸ਼ਹਿਰ 'ਚ ਮਟਕਾਉਣ ਵਾਲੀਆਂ ਦੇ ਹਾਲ ਨਹੀਂ ਵੇਖੇ। ਉਹ ਪਿਆਰ ਦੀ ਬਾਹਰਲੀ ਸ਼ਕਲ ਬਹੁਰੂਪੀਆਂ ਵਾਂਗ ਧਾਰ ਲੈਂਦੀਆਂ। ਕੀ ਫਰਕ ਹੈ ਉਹਨਾਂ ਦਾ ਤੇ ਬਾਜ਼ਾਰੀ ਤੀਵੀਆਂ ਦਾ? ਨਿਰਾ ਪਿਆਰ ਦਾ ਦਿਖਾਵਾ। ਪਿਆਰ ਨੂੰ ਤਾਂ ਲਾਗੇ ਲਾਗੇ ਨਹੀਂ ਫਟਕਣ ਦਿੰਦੀਆਂ, ਸਾੜੀਆਂ ਬੰਨ੍ਹ ਕੇ ਮੁੰਡਿਆਂ ਵਾਂਗ ਕਾਲਜਾਂ ਨੂੰ ਤੁਰੀਆਂ ਰਹਿੰਦੀਆਂ। ਕਿਸ ਤਰ੍ਹਾਂ ਬੇਪਰਵਾਹੀ ਤੇ ਨਫ਼ਰਤ ਨਾਲ ਹਰ ਆਦਮੀ ਨੂੰ ਵੇਖਦੀਆਂ, ਕੋਟ ਟਾਈ ਤੋਂ ਬਿਨਾਂ ਤੇ ਜਵਾਹਰ ਲਾਲ ਦੀ ਵੀ ਪਰਵਾਹ ਨਾ ਕਰਨ, ਜੇ ਨਾ ਉਸਦੀ ਮੂਰਤ ਬਾਜ਼ਾਰਾਂ 'ਚ ਨਾ ਲੱਗੀ ਵੇਖੀ ਹੋਵੇ। ਇਹਨਾਂ ਵਿੱਚੋਂ ਇਸਤਰੀ ਮਨ ਉੱਡਦਾ ਜਾ ਰਿਹਾ। ਉਹ ਕੋਮਲਤਾ ਜੋ ਪਿਆਰ ਨੇ ਇਹਨਾਂ ਦੇ ਦਿਲ ਨੂੰ ਦਿੱਤੀ ਸੀ, ਹੁਣ ਕਿੱਥੇ ਹੈ? ਉਸ ਸ਼ਾਇਰ ਨੇ ਉਸ ਦਿਨ ਠੀਕ ਕਿਹਾ ਸੀ, ਕਲੀਆਂ ਨੂੰ ਸਿਖਾਇਆ ਜਾ ਰਿਹਾ ਹੈ ਸੰਗ ਦਿਲ ਹੋਣਾ। ਮੇਰੀ ਸੋਭਾ ਸੰਗ ਦਿਲ ਨਹੀਂ। ਉਹ ਜੇ ਹਰ ਆਦਮੀ ਨੂੰ ਪਿਆਰ ਨਹੀਂ ਕਰਦੀ ਤਾਂ ਨਫ਼ਰਤ ਵੀ ਤਾਂ ਨਹੀਂ ਕਰਦੀ। ਸੱਚੀ ਮੁੱਚੀ ਉਹ ਤਾਂ ਲੁਕਵੀਂ ਕਵਿਤਾ ਹੈ। ਉਸ ਦਿਨ ਜਦੋਂ ਮੈਂ ਛੁੱਟੀਆਂ ਤੇ ਗਿਆ ਸੀ ਤੇ ਅਸੀਂ ਤੜਕੇ ਬਾਹਰ ਨਿਕਲੇ ਸੀ, ਕਿਵੇਂ ਨਰਮ ਗਾਚੇ 'ਚੋਂ ਸਬਜ਼ੀ ਦੀ ਸੁਗੰਧ ਨੂੰ ਅਸੀਂ ਇਕੱਠਿਆਂ ਮਹਿਸੂਸਿਆ ਸੀ, ਕਿਵੇਂ ਸਾਡੇ ਸੀਨੇ ਉਭਰੇ ਸਨ, ਕਿਸ ਤਰ੍ਹਾਂ ਮੇਰੇ ਚਿਹਰੇ ਵੱਲ ਦੇਖੀ ਜਾਂਦੀ ਸੀ। ਉਸ ਮੇਰੇ ਪੁੱਛਣ ਤੇ ਕੁਝ ਨਹੀਂ ਸੀ ਦੱਸਿਆ, ਪਰ ਉਹ ਅਸਲ ਪਿਆਰ ਸੀ। ਉਹਦੀ ਨਜ਼ਰ ਮੇਰੇ ਦਿਲ ਨੂੰ ਤੇਜ਼ ਹਰਕਤ ਦਿੰਦੀ ਸੀ। ਉਹ ਮੇਰੇ ਜੀਵਨ ਦੇ ਕਾਫਲੇ ਨੂੰ ਤੋਰਦੀ ਹੈ, ਭਾਵੇਂ ਉਹਨੂੰ ਅਰਜਨ ਵਾਂਗ ਕੱਢ ਕੇ ਨਹੀਂ ਆਉਂਦਾ। ਉਹ ਆਪਣੇ ਆਪ ਨੂੰ ਆਪਣੇ ਪਿਆਰੇ ਨੂੰ ਬੋਲ ਕੇ ਕਦੇ ਜ਼ਾਹਰ ਨਹੀਂ ਕਰਦੀ, ਪਰ ਲਿਖ ਕੇ ਵੀ ਕਦ ਕਰਦੀ ਹੈ। ਚਿੱਠੀ 'ਚ ਕੀ ਲਿਖਿਆ ਹੁੰਦਾ? ਲਿਖਤਮ ਸੋਭਾ ਪੜਤਮ ਬਾਊ ਜੀ। ਹੋਰ ਲਿਖਿਆ ਹੁੰਦਾ ਖਰਚ ਭੇਜੋ, ਕੋਠੇ ਦੀ ਛੱਤ ਡਿੱਗਣ ਵਾਲੀ ਹੈ, ਜਾਂ ਕਾਕਾ ਬਿਮਾਰ ਸੀ ਹੁਣ ਤਕੜਾ ਤੇ ਕਦੇ ਕਦੇ ਕਾਕਾ ਤੁਹਾਨੂੰ ਯਾਦ ਕਰਦਾ, ਪਰ ਫਿਰ ਵੀ ਮੈਂ ਉਸੇ ਚਿੱਠੀ ਬਿਨਾਂ ਬੇਬਲ ਹੋ ਰਿਹਾ। ਖਬਰੇ ਉਹਨਾਂ ਸ਼ਬਦਾਂ 'ਚ ਕੀ ਰਹੱਸਮਈ ਤਾਕਤ ਹੁੰਦੀ ਹੈ। ਸੋਭਾ ਮੇਰੇ ਸਾਹਮਣੇ ਤਾਂ ਕਦੇ ਲਿਖਦੀ ਨਹੀਂ। ਖਬਰੇ ਚਿੱਠੀ ਦੀਆਂ 10 ਸਤਰਾਂ ਲਿਖਣ ਵਾਸਤੇ ਉਹ ਸਾਰਾ ਦਿਨ ਲਾ ਦਿੰਦੀ ਹੋਏਗੀ, ਫਿਰ ਵੀ ਉਹਦਾ ਲਿਖਿਆ ਮੈਂ ਹੀ ਪੜ੍ਹ ਸਕਦਾ। ਹੋਰਨਾਂ ਲਈ ਤਾਂ ਉਹ ਕੀ ਕਹਿੰਦੇ ਨੇ ਅੰਗਰੇਜ਼ੀ 'ਚ ਲਾਤੀਨੀ ਜਾਂ ਯੂਨਾਨੀ ਹੈ। ਪਿਛਲੀ ਚਿੱਠੀ ਉਹਨੇ ਪਤਾ ਨਹੀਂ ਕੀ ਤੋਂ ਲਿਖਾਈ, ਕਿਸੇ ਆਦਮੀ ਕੋਲੋਂ ਤਾਂ ਉਹ ਲਿਖਵਾਉਣੋਂ ਰਹੀ। ਓਹੋ, ਸਾਡੇ ਕਸਬੇ 'ਚ ਕੁੜੀਆਂ ਦਾ ਸਕੂਲ ਖੁੱਲ੍ਹਣਾ ਸੀ। ਕਿਸੇ ਮਾਸਟਰਾਣੀ ਨੂੰ ਸਾਡਾ ਕੋਈ ਕਮਰਾ ਕਿਰਾਏ ਲਿਆ ਹੋਏਗਾ, ਪਰ ਜੇ ਉਸ ਕਿਰਾਏ ਲਿਆ ਹੁੰਦਾ ਤਾਂ ਸੋਭਾ ਜ਼ਰੂਰ ਮੈਨੂੰ ਲਿਖਦੀ। ਗੁਆਂਢ 'ਚ ਕਿਤੇ ਲੈ ਲਿਆ ਹੋਏਗਾ। ਉਹ ਜ਼ਰੂਰ ਕਿਸੇ ਉਸਤਾਨੀ ਦੀ ਲਿਖਤ ਸੀ। ਕਿੱਡੀ ਸਾਫ਼ ਸੁਥਰੀ ਤੇ ਸੁੰਦਰ ਲਿਖਾਈ ਸੀ, ਤੇ ਚਿੱਠੀ ਵੀ ਨਵੇਂ ਢੰਗ ਦੀ ਲਿਖੀ ਸੀ। ਉੱਤੇ ਪਿੰਡ ਦਾ ਨਾਂ ਅੰਗਰੇਜ਼ੀ, ਤਰੀਕ, ਅੱਗੇ ਪ੍ਰਾਣਪਤੀ ਜੀ ਤੇ ਥੱਲੇ ਆਪ ਦੀ ਚਰਨਦਾਸੀ। ਮਜ਼ਮੂਨ ਕਿੱਡਾ ਸੁਥਰਾ ਸੀ। ਮਾਲੂਮ ਹੁੰਦਾ ਸੀ ਮਾਸਟਰਾਣੀ ਨੇ ਸੋਭਾ ਦੇ ਦਿਲ 'ਚ ਵੜ ਕੇ ਲਿਖਿਆ ਹੁੰਦਾ। ਸੋਭਾ ਕਿਸੇ ਨੂੰ ਆਪਣਾ ਦਿਲ ਖੋਲ ਕੇ ਨਹੀਂ ਦੱਸ ਸਕਦੀ। ਉਹਦੇ 'ਚ ਦੱਸਣ ਤੋਂ ਕਿਤੇ ਵੱਧ ਪਿਆਰ ਹੈ। ਉਸਤਾਨੀ ਨੇ ਕਿਉਂ ਇਸ ਤਰ੍ਹਾਂ ਚਿੱਠੀ ਲਿਖੀ? ਕਿ ਉਹ ਆਪਣੇ ਮਨੋਂ ਜੋੜ ਕੇ ਗੱਲਾਂ ਲਿਖਦੀ ਰਹੀ ਹੈ। ਜੇ ਇਹ ਗੱਲ ਹੈ ਤਾਂ ਉਸਤਾਨੀ ਬੜੇ ਜਜ਼ਬੇ ਵਾਲੀ ਕੁੜੀ ਹੋਏਗੀ। ਕੁੜੀ ਕਿਉਂ, ਜ਼ਰੂਰ ਕੁੜੀ ਹੋਏਗੀ। ਪੁਰਾਣੀਆਂ ਉਸਤਾਨੀਆਂ ਨੂੰ ਨਵਾਂ ਲਿਖਣ ਢੰਗ ਕਿਵੇਂ ਆ ਸਕਦਾ? ਮੇਰਾ ਅੰਦਰਲਾ ਕਹਿੰਦਾ ਹੈ ਕਿ ਜ਼ਰੂਰ ਕੁੜੀ ਹੋਏਗੀ। ਉਹ ਰੰਗ ਦੀ ਗੋਰੀ ਨਹੀਂ ਹੋ ਸਕਦੀ, ਉਹ ਕਾਲੀ ਹੋਏਗੀ। ਸੋਭਾ ਦੀ ਸੁੰਦਰਤਾ 'ਚ ਉਹ ਕਦੇ ਮੁਕਾਬਲਾ ਨਹੀਂ ਕਰ ਸਕਦੀ। ਨਾਲੇ ਗੋਰੀਆਂ ਕੁੜੀਆਂ ਨੂੰ ਹਾਲੀ ਘੱਟ ਹੀ ਪੜ੍ਹਾਉਂਦੇ ਨੇ। ਕਾਲੀਆਂ ਕੁੜੀਆਂ ਨੂੰ ਹੀ ਵਿਦਿਆ ਦਾ ਬਨੌਟੀ ਰੰਗ ਦਿੱਤਾ ਜਾਂਦਾ ਹੈ। ਉਹ ਕੁੜੀ ਹੀ ਹੈ, ਵਿਆਹੀ ਹੋਈ ਨਹੀਂ। ਉਹਦੇ ਸੰਬੰਧੀਆਂ 'ਚੋਂ ਕੋਈ ਜ਼ਰੂਰ ਉਹਦੇ ਨਾਲ ਆਇਆ ਹੋਏਗਾ। ਉਹ ਕਿਤੇ ਕੋਈ ਵਿਧਵਾ ਹੀ ਨਾ ਹੋਵੇ, ਪਰ ਮੈਂ ਤਾਂ ਉਹਨੂੰ ਕੁਆਰੀ ਕੁੜੀ ਮੰਨਾਂਗਾ, ਭਾਵੇਂ ਇਹਨੂੰ ਦਲੀਲ ਮੰਨੋ ਜਾਂ ਨਾ ਮੰਨੋ। ਅੱਜ ਫੇਰ ਉਹਦੇ ਹੱਥ ਦੀ ਲਿਖੀ ਚਿੱਠੀ ਆਏਗੀ। ਇਹ ਗੱਲ ਠੀਕ ਹੈ ਕਿ ਮੈਂ ਪਿਛਲੀ ਚਿੱਠੀ ਸੋਭਾ ਨੂੰ ਹੀ ਲਿਖੀ ਹੈ। ਬੜੀ ਭਾਵਪੂਰਤ ਚਿੱਠੀ ਲਿਖੀ ਹੈ। ਸੁਆਦੀ ਚਿੱਠੀ ਦੇ ਉੱਤਰ ਦੇਣ ਦਾ ਵੀ ਸਵਾਦ ਆ ਜਾਂਦਾ ਹੈ। ਸੋਭਾ ਤਾਂ ਕਹੇਗੀ, ਖਬਰੇ ਮੇਰੇ ਪਤੀ ਨੂੰ ਕੀ ਹੋ ਗਿਆ, ਭਾਵੇਂ ਉਹ ਮੇਰੀ ਸੁਥਰੀ ਲਿਖਾਈ ਅਟਕ ਕੇ ਆਪ ਹੀ ਪੜ੍ਹ ਲਏਗੀ, ਪਰ ਜੋ ਗੱਲਾਂ ਮੈਂ ਉਹਨੂੰ ਲਿਖੀਆਂ ਉਹਦੇ ਪਿੜ ਪੱਲੇ ਨਹੀਂ ਪੈਣੀਆਂ। ਉਹਨੂੰ ਮਜਬੂਰਨ ਚਿੱਠੀ ਉਸ ਕੁੜੀ ਨੂੰ ਦਿਖਾਉਣੀ ਪਏਗੀ। ਉਹ ਮੇਰੇ ਭਾਵ ਸੋਭਾ ਨੂੰ ਸਮਝਾਏਗੀ, ਤੇ ਜਿੱਡੇ ਜਜ਼ਬੇ ਵਾਲੀ ਕੁੜੀ ਉਹ ਉਸ ਚਿੱਠੀ ਤੋਂ ਜਾਪਦੀ ਹੈ, ਜ਼ਰੂਰ ਮੇਰੇ ਖਿਆਲ, ਮੇਰੇ ਅਹਿਸਾਸ ਤੇ ਮੇਰਾ ਪਿਆਰ ਆਪਣੇ ਦਿਲ ਤੇ ਦਿਮਾਗ 'ਚੋਂ ਲੰਘਾ ਕੇ ਉਹਨੂੰ ਸ਼ਬਦਾਂ ਦੀ ਵਿਆਖਿਆ ਰਾਹੀਂ ਪ੍ਰਭਾਵਿਤ ਕਰੇਗੀ। ਕੀ ਪਤਾ ਜੇ ਉਹ ਸੋਭਾ ਤੋਂ ਬਹੁਤੀ ਆਪ ਪ੍ਰਭਾਵਿਤ ਹੋ ਜਾਏ, ਪਰ ਇਸ ਗੱਲ ਦਾ ਪਤਾ ਅੱਜ ਦੀ ਚਿੱਠੀ ਤੋਂ ਲੱਗ ਜਾਏਗਾ। ਓਹੋ, ਮੈਂ ਕਿੱਡਾ ਬੇਵਕੂਫ ਹਾਂ। ਮੈਂ ਸਮਝਦਾ ਸੀ ਸੋਭਾ ਦੇ ਹੱਥ ਦੀ ਲਿਖੀ ਚਿੱਠੀ ਆਏਗੀ। ਉਹਦੇ ਆਪਣੇ ਹੱਥੀਂ ਚਿੱਠੀ ਨਾ ਲਿਖਣ ਦਾ ਬੰਨ ਨੂੰ ਤਾਂ ਮੈਂ ਆਪ ਹੀ ਬੰਨ ਦਿੱਤਾ। ਉਸ ਕੁੜੀ ਦੇ ਪ੍ਰਭਾਵਿਤ ਹੋਣ ਦਾ ਕੀ ਅਸਰ ਹੋ ਸਕਦਾ? ਉਹ ਉਸਤਾਨੀ ਸੋਭਾ ਦੇ ਬਹਾਨੇ ਆਪਣੇ ਦਿਲ ਦੀਆਂ ਗੱਲਾਂ ਲਿਖਣ ਲੱਗ ਪਏਗੀ। ਹੋ ਸਕਦਾ ਉਹ ਮੈਨੂੰ ਪਿਆਰ ਕਰਨ ਲੱਗ ਪਏ। ਉਹ ਕਾਲੀ ਕੁੜੀ ਕਾਲੀ ਤਾਂ ਜ਼ਰੂਰ ਹੋਏਗੀ, ਪਰ ਨਕਸ਼ ਉਹਦੇ ਬੜੇ ਤਿੱਖੇ ਹੋਣਗੇ ਤੇ ਅੱਖੀਆਂ ਮੋਟੀਆਂ ਤੇ ਕਾਲੀਆਂ, ਜਿਹਨੂੰ ਪੁਰਾਣੇ ਪੂਰਬੀ ਚਿੱਤਰਕਾਰਾਂ ਤੇ ਕਵੀਆਂ ਨੇ ਨਮੂਨੇ ਦੀਆਂ ਅੱਖਾਂ ਮੰਨਿਆ।
ਪਰ ਹੋ ਸਕਦਾ ਹੈ ਉਹਦੇ ਨੈਣ ਨਕਸ਼ ਵੀ ਚੰਗੇ ਨਾ ਹੋਣ। ਪਿਆਰ ਦਾ ਅਫਜ਼ਾਨਾ ਜਵਾਬੀ ਪਿਆਰ ਹੈ। ਪਾਲ ਸਿੰਘ ਕਹਿੰਦਾ ਹੁੰਦਾ ਹੈ, ਬ੍ਰਾਊਨਿੰਗ ਨੇ ਕਿਹਾ ਸੀ, ਉਸ ਕੁੜੀ ਦਾ ਪਿਆਰ ਹੱਦ ਹੁੰਦਾ ਹੋਏਗਾ ਜਿਸ ਵਿੱਚ ਪਿਆਰ ਹੋਵੇ ਤੇ ਉਹਨੂੰ ਜ਼ਾਹਰ ਵੀ ਕਰ ਸਕੇ। ਅੱਜ ਜ਼ਰੂਰ ਉਹ ਸ਼ੋਭਾ ਦੀ ਚਿੱਠੀ ਦੇ ਜਵਾਬ 'ਚ ਆਪਣੇ ਪਿਆਰ ਦਾ ਕੋਈ ਨਾ ਕੋਈ ਇਸ਼ਾਰਾ ਸੁੱਟੇਗੀ। ਉਹ ਸ਼ੋਭਾ ਬਣ ਕੇ ਜ਼ਰੂਰ ਲਿਖੇਗੀ, ਤੁਹਾਡੇ ਬਿਨਾਂ ਮੇਰੀਆਂ ਜੀਵਨ ਘੜੀਆਂ ਨਿਸਫਲ ਬੀਤ ਰਹੀਆਂ ਹਨ। ਤੁਹਾਡੀ ਚਿੱਠੀ ਨੂੰ ਮੈਂ ਤੁਹਾਡਾ ਸਰੂਪ ਜਾਣ ਕੇ ਉਡੀਕਦੀ ਰਹਿੰਦੀ ਹਾਂ ਤੇ ਉਸ ਉਡੀਕ 'ਚ ਕਿਹੋ ਜਿਹੀ ਤੜਪ ਹੁੰਦੀ ਹੈ ਤੁਸੀਂ ਜਾਣਦੇ ਹੋ। ਆਦ ਕਿਉਂ ਨਹੀਂ ਸ਼ੋਭਾ ਇਸ ਤਰ੍ਹਾਂ ਲਿਖ ਸਕਦੀ? ਇਹ ਕਿਹੜਾ ਕਸੂਰ ਹੈ ਮੇਰਾ, ਉਹਦਾ ਜਾਂ ਉਹਦੇ ਮਾਪਿਆਂ ਦਾ? ਇਸ ਕਰਕੇ ਉਹ ਮੈਨੂੰ ਚੰਗੀ ਨਹੀਂ ਲੱਗਦੀ। ਕਿੱਥੇ ਉਹ ਉਸਤਾਨੀ ਕੁੜੀ ਤੇ ਕਿੱਥੇ ਸ਼ੋਭਾ, ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ। ਉਹ ਬਦਬਖਤ ਚਿੱਠੀ ਕਿਉਂ ਨਹੀਂ ਲੈ ਕੇ ਆਉਂਦਾ? ਇਹ ਉਡੀਕ ਮੈਨੂੰ ਮਾਰ ਦੇਗੀ ਜਾਂ ਘੱਟ ਤੋਂ ਘੱਟ ਮੈਨੂੰ ਪਾਗਲ ਜ਼ਰੂਰ ਕਰ ਦੇਗੀ। ਕਿੰਨਾ ਫਜ਼ੂਲ ਹੈ ਡਾਕ ਦਾ ਮਹਿਕਮਾ। ਇਹ ਕੌਣ ਹੈ ਇਸ ਵੇਲੇ ਮੰਦਰ ਦੀ ਹੱਟੀ ਨੂੰ ਖਟ ਚਲਾਉਣ ਵਾਲਾ? ਬੇਹੂਦਾ, ਫਜ਼ੂਲ, ਬੇਵਕੂਫ। ਕਿੱਡੀ ਭੈੜੀ ਆਵਾਜ਼ ਹੈ ਲੋਹੇ ਦੇ ਕੁੱਤੇ ਦੀ। ਉਹ ਸਾਡੇ ਪਿੰਡ ਵਾਲਾ ਲੱਕੜੀ ਦਾ ਹਰਟ ਕਿਵੇਂ ਸੋਹਣੀਆਂ ਸੋਹਣੀਆਂ ਸੁਰਾਂ ਕੱਢਦਾ। ਲੱਕੜ ਦਾ ਕੁੱਤਾ ਉਹਦੇ ਬੇਸ਼ਬਦ ਗੀਤਾਂ ਨੂੰ ਤਾਲ ਦਿੰਦਾ ਰਹਿੰਦਾ ਹੈ। ਕਿੱਡੀਆਂ ਰੋਮਾਂਚਿਕ ਚੀਜ਼ਾਂ ਹਨ ਪੁਰਾਣੀਆਂ। ਮਸ਼ੀਨਾਂ ਦੇ ਜ਼ਮਾਨੇ ਨੇ ਸੁੰਦਰਤਾ ਉੱਕੀ ਨਹੀਂ ਰਹਿਣ ਦਿੱਤੀ। ਹੁਣ ਤੇ ਨਵੀਨਤਾ ਦੇ ਚਾਅ 'ਚ ਸੁੰਦਰਤਾ ਗਵਾਚ ਛੱਡੀ ਹੈ। ਮਸ਼ੀਨਾਂ ਨੇ ਸੱਤਿਆਨਾਸ ਕਰ ਦਿੱਤਾ ਇਨਸਾਨੀਅਤ ਦਾ। ਲੋਕੀ ਭੁੱਖੇ ਮਰ ਰਹੇ ਹਨ। ਮਸ਼ੀਨਾਂ ਤੇ ਮਸ਼ੀਨਾਂ ਵਾਲਿਆਂ ਨੂੰ ਕੋਈ ਖਬਰ ਨਹੀਂ। ਜਿੱਥੇ 1000 ਆਦਮੀ ਕੰਮ ਕਰਦਾ ਸੀ ਉੱਥੇ 10 ਮਸ਼ੀਨਾਂ ਤੇ 10 ਆਦਮੀ ਕਾਫੀ ਹੈ। 990 ਆਦਮੀ ਕਿੱਥੋਂ ਰੋਟੀ ਖਾਣਗੇ? ਉਹ ਭੁੱਖੇ ਹੀ ਮਰਨਗੇ। ਇਸੇ ਕਰਕੇ ਗਾਂਧੀ ਦਾ ਚਰਖਾ ਸਿਧਾਂਤ ਚੰਗਾ ਹੈ, ਪਰ ਚਰਖਾ ਵੀ ਤਾਂ ਮਸ਼ੀਨ ਹੀ ਹੈ। ਇਹ ਮਸ਼ੀਨ ਕੰਮ ਨੂੰ ਸੌਖ ਨਾਲ ਕਰਨ ਵਾਸਤੇ ਹੈ, ਕਿਸੇ ਨੂੰ ਰੋਟੀਓਂ ਆਤਰ ਕਰਨ ਲਈ ਨਹੀਂ। ਪਰ ਸਾਮਵਾਦੀ ਸਿਧਾਂਤ ਇਸ ਤੋਂ ਵੀ ਚੰਗਾ ਹੈ। ਮਸ਼ੀਨਾਂ ਨੂੰ ਉਹਦੇ ਅਨੁਸਾਰ ਆਦਮੀ ਦੇ ਆਰਾਮ ਲਈ ਵਰਤਿਆ ਜਾਂਦਾ ਹੈ। ਚੀਜ਼ਾਂ ਲੋੜ ਅਨੁਸਾਰ ਬਣਦੀਆਂ ਹਨ। ਕੰਮ ਦਾ ਵਕਤ ਘਟਾਇਆ ਤੇ ਆਦਮੀਆਂ ਦਾ ਆਰਾਮ ਵਧਾਇਆ ਜਾਂਦਾ ਹੈ। ਉਹ ਅੱਜ ਕੱਲ੍ਹ ਦੀ ਸਾਇੰਸ ਕੀ ਹੈ? ਤਰੱਕੀ ਨੂੰ ਤਬਾਹੀ ਵੱਲ ਖੜਨਾ। ਕਿਹਨੇ ਬੂਹਾ ਖੜਕਾਇਆ? ਹਵਾ ਖਸਮ ਨੂੰ ਖਾਣੀ, ਸਿਰ ਮੁੰਨੀ, ਬੇਵਕੂਫ। ਚਿੱਠੀ ਰਸਾਨ ਹਾਲੇ ਤੱਕ ਚਿੱਠੀ ਨਹੀਂ ਲਿਆਇਆ। ਅਸੀਂ ਪੜ੍ਹੇ ਹੋਏ ਕਿੰਨੇ ਚਲਾਕ ਆ। ਸ਼ੋਭਾ ਨੂੰ ਮੈਂ ਚਿੱਠੀ ਲਿਖਦਾ, ਸ਼ੋਭਾ ਦੀ ਥਾਂ ਮਾਸਟਰਾਣੀ ਚਿੱਠੀ ਲਿਖਦੀ ਹੈ। ਗੱਲਾਂ ਅਸੀਂ ਕਰਦੇ ਹਾਂ, ਆਨੰਦ ਅਸੀਂ ਲੈਂਦੇ ਹਾਂ, ਪਰ ਨਾ ਸ਼ੋਭਾ ਦਾ। ਮੇਰਾ ਖਿਆਲ ਹੈ ਹੌਲੀ ਹੌਲੀ ਸਾਡਾ ਵੱਖਰਾ ਚਿੱਠੀ ਪੱਤਰ ਸ਼ੁਰੂ ਹੋ ਜਾਏਗਾ। ਉਸ ਵੇਲੇ ਦੀਆਂ ਚਿੱਠੀਆਂ ਦੇ ਮਜ਼ਮੂਨਾਂ ਦਾ ਮੈਂ ਅਨੁਮਾਨ ਕਰ ਸਕਦਾ, ਪਰ ਉਹਨਾਂ ਨੂੰ ਵਾਕਾਂ 'ਚ ਪੇਸ਼ ਨਹੀਂ ਕਰ ਸਕਦਾ। ਚਿੱਠੀਆਂ ਦਾ ਪਿਆਰ ਸਾਨੂੰ ਮਜਬੂਰ ਕਰੇਗਾ ਕਿ ਅਸੀਂ ਇੱਕ ਦੂਜੇ ਨੂੰ ਦੇਖੀਏ। ਮੈਨੂੰ ਛੁੱਟੀ ਲੈਣੀ ਪਏਗੀ। ਮੈਂ ਕਿਸ ਤਰ੍ਹਾਂ ਧੜਕਦਾ ਦਿਲ ਲੈ ਕੇ ਘਰ ਪਹੁੰਚਾਂਗਾ? ਉਸ ਕੁੜੀ ਦਾ ਪਤਾ ਮੈਂ ਸ਼ੋਭਾ ਕੋਲੋਂ ਤਾਂ ਨਹੀਂ ਪੁੱਛ ਸਕਾਂਗਾ। ਕੀ ਇੰਨੇ ਚਿੱਠੀ ਪੱਤਰ ਤੇ ਮਗਰੋਂ ਵੀ ਉਹ ਮੈਨੂੰ ਪਤਾ ਨਾ ਲਿਖ ਕੇ ਭੇਜ ਚੁੱਕੀ ਹੋਏਗੀ? ਪਰ ਜੇ ਉਹ ਆਪਣਾ ਪਤਾ ਨਾ ਲਿਖੇ ਤਾਂ ਮੈਨੂੰ ਜੈਂਟਲਮੈਨ ਹੋਣ ਦੀ ਹੈਸੀਅਤ 'ਚ ਪੁੱਛਣਾ ਚੰਗਾ ਨਹੀਂ। ਆਖਰ ਸਕੂਲ ਦੇ ਸਾਹਮਣੇ ਖੜਾ ਹੋ ਕੇ ਮੈਂ ਉਹਨੂੰ ਪਛਾਣ ਹੀ ਲਵਾਂਗਾ। ਕਿਸੇ ਨਾ ਕਿਸੇ ਬਹਾਨੇ ਉਹਨੂੰ ਬੁਲਾਵਾਂਗਾ, ਕਹਾਂਗਾ ਮੈਂ ਹੀ ਹਾਂ ਮੋਹਨ, ਸ਼ੋਭਾ ਦਾ ਘਰ ਵਾਲਾ। ਮੇਰਾ ਦਿਲ ਕਿੰਨਾ ਕੰਬਦਾ ਹੈ ਇਹ ਸੋਚ ਕੇ। ਉਹ ਕਹੇਗੀ ਮੈਂ ਤੇ ਆਪਣੇ ਪਤੀ ਨੂੰ ਚਿੱਠੀਆਂ ਲਿਖਣ ਦਾ ਅਭਿਆਸ ਕਰਦੀ ਸੀ, ਤੇ ਨਾਲ ਹੀ ਉਹ ਮੁਸਕਰਾ ਪਏਗੀ ਤੇ ਖਬਰੇ ਉਹ ਤਿਊੜੀਆਂ ਵੱਟ ਕੇ। ਬੂਹਾ ਖੋਲ੍ਹਿਆ ਤੇ ਮੋਹਨ ਡਾਕੀਏ ਤੋਂ ਚਿੱਠੀ ਲੈਣ ਉੱਠਿਆ, ਪਰ ਡਾਕੀਏ ਦੀ ਥਾਂ 3 ਸ਼ੌਕੀਨ ਅੰਦਰ ਆ ਵੜੇ। ਇੱਕ ਨੇ ਇੱਕ ਗ੍ਰਾਮੋਫੋਨ ਵਰਗੀ ਮਸ਼ੀਨ ਕੱਢ ਕੇ ਉੱਤੇ ਇੱਕ ਵੱਡਾ ਸਾਰਾ ਰਿਕਾਰਡ ਲਾ ਦਿੱਤਾ ਤੇ ਆਪਣੇ ਇੱਕ ਸਾਥੀ ਵੱਲ ਉਂਗਲ ਕਰਕੇ ਕਹਿਣ ਲੱਗਾ, ਇਹ ਪ੍ਰੋਫੈਸਰ ਪਰਮਹੰਸ ਹਨ। ਇਹਨਾਂ ਦਿਲ ਦੀਆਂ ਗੱਲਾਂ ਰਿਕਾਰਡ ਕਰਨ ਵਾਲੀ ਮਸ਼ੀਨ ਬਣਾਈ ਹੈ। ਇਹ ਦੂਸਰੇ ਗਵਰਨਮੈਂਟ ਦੇ ਵੱਡੇ ਅਫਸਰ ਨੇ ਜੋ ਇਸ ਗੱਲ ਦੀ ਗਵਾਹੀ ਤੁਹਾਡੇ ਕੋਲੋਂ ਲੈਣਗੇ। ਰਿਕਾਰਡ ਵੱਜਣ ਲੱਗ ਪਿਆ ਤੇ ਉੱਪਰ ਲਿਖੇ ਸਾਰੇ ਵਾਕ ਉਸ ਵਿੱਚੋਂ ਬੋਲ ਉੱਠੇ। ਘੜੀ ਤੇ 11 ਵੱਜ ਕੇ 3 ਮਿੰਟ ਹੋਏ ਸਨ। ਧੰਨਵਾਦ।